ਕਈ ਵਾਰੀ ਸਟ੍ਰੈਸ ਦੇ ਨਾਲ ਵੀ ਇਨਸਾਨਾਂ ਦੀ ਜ਼ਿੰਦਗੀ 'ਚ ਬਹੁਤ ਵੱਡੀ ਤਬਦੀਲੀ ਆ ਜਾਂਦੀ ਹੈ। ਸੋ ਇਹੋ ਜਿਹੇ ਲੋਕਾਂ ਨੂੰ ਸਾਂਭਣ ਦੇ ਲਈ ਸੁਸਾਇਟੀ ਦੇ ਵਿੱਚ, ਸਮਾਜ ਦੇ ਵਿੱਚ ਹਰ ਕੋਈ ਚਾਹੁੰਦਾ, ਤਰਸ ਵੀ ਲੋਕੀ ਕਰਦੇ ਆ ਕਿ ਇਹਨਾਂ ਦੇ ਨਾਲ ਕਿਉਂ ਇਹ ਹੋਇਆ, ਪਰ ਕਹਿੰਦੇ ਇਹਨਾਂ ਨੂੰ ਸਾਂਭਣ ਦੇ ਲਈ ਬੜਾ ਵੱਡਾ ਜਿਗਰਾ ਕਰਨਾ ਪੈਂਦਾ। ਕੋਵਿਡ ਦੇ ਦੌਰਾਨ ਬਹੁਤ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ, ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲੀ ਤਾਂ ਇਹ ਸੀ ਕਿ ਇਹਨਾਂ ਨੂੰ ਸੇਫ ਕਿੱਦਾਂ ਰੱਖਿਆ ਜਾਏ। ਸਾਡੀਆਂ 2 ਐਂਬੂਲੈਂਸਿਸ ਕੋਵਿਡ ਪੇਸ਼ੈਂਟਸ ਨੂੰ ਅਲੱਗ-ਅਲੱਗ ਘਰਾਂ ਤੋਂ ਚੱਕ ਕੇ ਹਸਪੀਟਲ ਤੱਕ ਪਹੁੰਚਾਉਣ ਦਾ ਵੀ ਕੰਮ ਕਰਦੀਆਂ ਰਹੀਆਂ। ਪਹਿਲਾਂ ਇੱਕ ਪ੍ਰਭ ਆਸਰਾ ਦੇ ਉੱਤੇ ਬੜਾ ਵੱਡਾ ਪ੍ਰਸ਼ਾਸਨ ਵੱਲੋਂ ਵੀ ਸੀ ਕਿ ਇੱਕ ਟੈਕਸ ਬੜਾ ਵੱਡੀ ਅਮਾਉਂਟ ਦੇ ਵਿੱਚ ਜਿਹੜਾ ਤਕਰੀਬਨ ਮੇਰੇ ਖਿਆਲ 80 ਲੱਖ ਤੋਂ ਜਿਹੜਾ 85 ਲੱਖ ਦੇ ਤਕਰੀਬਨ ਉਹ ਕਰੀਬ ਸੀਗਾ। ਉਸ ਟਾਈਮ ਸਾਰੀ ਪਬਲਿਕ ਜਿਹੜੀ ਸਪੋਰਟ ਸੀਗੀ ਉਹ ਘਟ ਗਈ ਤੇ ਪਬਲਿਕ ਦੀ ਵਿਜ਼ਿਟ ਵੀ ਘਟ ਗਈ। ਜਦੋਂ ਯੂਨਿਟੀ ਹੁੰਦੀ ਹੈ ਤਾਂ ਪਰਮਾਤਮਾ ਹਮੇਸ਼ਾ ਜਿੱਤ ਲਿਆਉਂਦਾ ਹੈ ਤੇ ਇਹ ਹਮੇਸ਼ਾ ਹੁੰਦਾ ਰਹੇਗਾ। ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਤੁਹਾਨੂੰ ਖਾਸ ਮੁਲਾਕਾਤ ਵਿੱਚ। ਤੇ ਤੁਸੀਂ ਜਾਣਦੇ ਹੋ ਕਿ ਇਸ ਸ਼ੋਅ ਦੇ ਵਿੱਚ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਅਸੀਂ ਜਿੱਥੇ ਆਪਣੇ ਸ਼ਹਿਰ ਦੀਆਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਦੇ ਆ, ਉੱਥੇ ਜਿਹੜੀਆਂ ਸਾਡੀ ਪੰਜਾਬ ਦੀ ਧਰਤੀ ਤੋਂ ਸ਼ਖਸੀਅਤਾਂ ਖਾਸ ਕਿਸੇ ਮਕਸਦ ਦੇ ਲਈ ਇਹਨਾਂ ਮੁਲਕਾਂ ਦੇ ਵਿੱਚ ਆਉਂਦੀਆਂ ਤੇ ਸਾਡਾ ਫਰਜ਼ ਬਣਦਾ ਬੀਇੰਗ ਇਨ ਮੀਡੀਆ ਕਿ ਅਸੀਂ ਉਹਨਾਂ ਨੂੰ ਤੁਹਾਡੇ ਰੂਬਰੂ ਕਰੀਏ। ਕਹਿੰਦੇ ਅਸੀਂ ਆਪਣੇ ਲਈ, ਆਪਣੇ ਪਰਿਵਾਰ ਲਈ ਸਾਰੇ ਬਹੁਤ ਕੁਝ ਕਰਦੇ ਹਾਂ, ਆਪਣੇ ਬੱਚਿਆਂ ਦੇ ਲਈ ਅਸੀਂ ਬਹੁਤ ਕੁਝ ਕਰਦੇ ਹਾਂ, ਪਰ ਦੂਜੇ ਲੋਕਾਂ ਦੇ ਲਈ ਜਦੋਂ ਸੇਵਾ ਦੇ ਲਈ ਅਸੀਂ ਬਾਹਰ ਨਿਕਲਦੇ ਹਾਂ ਤੇ ਕਈ ਵਾਰੀ ਅਸੀਂ ਥੋੜ੍ਹਾ ਟਾਈਮ ਲਾ ਕੇ ਅੱਕ ਜਾਂਦੇ ਹਾਂ, ਥੱਕ ਜਾਂਦੇ ਹਾਂ, ਬੈਠ ਜਾਂਦੇ ਹਾਂ ਕਿ ਬਹੁਤ ਕਰ ਲਈ, ਹੁਣ ਥੋੜ੍ਹਾ ਸਾਹ ਲੈ ਲਈਏ। ਪਰ ਦੁਨੀਆ 'ਤੇ ਕੁਝ ਅਜਿਹੇ ਲੋਕ ਵੀ ਆ ਜਿਹੜੇ ਆਪਣੇ ਨਾਲ ਆਪ ਉਸ ਰਾਹ 'ਤੇ ਤੁਰ ਕੇ ਪਤਾ ਨਹੀਂ ਹੋਰ ਕਿੰਨਿਆਂ ਨੂੰ ਪ੍ਰੇਰਿਤ ਕੀਤਾ, ਕਿੰਨਿਆਂ ਨੂੰ ਨਾਲ ਜੋੜਿਆ ਤੇ ਉਹਨਾਂ ਦੇ ਇਸ ਕਾਰਜ ਨੇ ਕਿੰਨੀਆਂ ਜ਼ਿੰਦਗੀਆਂ ਨੂੰ ਸਵਾਰਿਆ, ਕਿੰਨਿਆਂ ਵਿਛੜਿਆਂ ਨੂੰ ਮਿਲਾਇਆ। ਤੁਸੀਂ ਜਾਣਦੇ ਹੋ ਜਦੋਂ ਕਿਸੇ ਵਿਛੜੇ ਨੂੰ ਪਰਿਵਾਰ ਦੇ ਨਾਲ ਮਿਲਾਉਣਾ ਹੁੰਦਾ ਤੇ ਬਹੁਤ ਹੀ ਵੱਡਾ ਪੁੰਨ ਆ। ਕਈ ਇਹੋ ਜਿਹੇ ਇਨਸਾਨ ਦੁਨੀਆ 'ਤੇ ਆ, ਉਹਨਾਂ ਦਾ ਕਸੂਰ ਕੋਈ ਨਹੀਂ ਹੁੰਦਾ, ਇਹ ਸਭ ਵਾਹਿਗੁਰੂ ਦੀ ਕਹਿ ਲਓ ਕਿ ਉਹਦੇ ਵੱਲੋਂ ਜੋ ਸਾਡੇ ਕਰਮਾਂ ਦੇ ਵਿੱਚ ਆ ਉਸੇ ਤਰ੍ਹਾਂ ਹੀ ਅਸੀਂ ਜ਼ਿੰਦਗੀ ਨੂੰ ਭੋਗਦੇ ਹਾਂ। ਤੇ ਕਈ ਪਰਿਵਾਰ ਤੋਂ ਕਿਸੇ ਮਾਨਸਿਕ ਬਿਮਾਰੀ ਕਰਕੇ ਵਿਛੜ ਜਾਂਦੇ ਆ, ਕਈ ਪਰਿਵਾਰ ਦੇ ਵਿੱਚ ਹਾਲਾਤ ਇਹੋ ਜਿਹੇ ਹੋ ਜਾਂਦੇ ਕਿ ਇਨਸਾਨ ਮਜਬੂਰ ਹੋ ਜਾਂਦਾ ਆ। ਸੋ ਕਈ ਵਾਰੀ ਸਟ੍ਰੈਸ ਦੇ ਨਾਲ ਵੀ ਇਨਸਾਨਾਂ ਦੀ ਜ਼ਿੰਦਗੀ 'ਚ ਬਹੁਤ ਵੱਡੀ ਤਬਦੀਲੀ ਆ ਜਾਂਦੀ ਹੈ। ਸੋ ਇਹੋ ਜਿਹੇ ਲੋਕਾਂ ਨੂੰ ਸਾਂਭਣ ਦੇ ਲਈ ਸੁਸਾਇਟੀ ਦੇ ਵਿੱਚ, ਸਮਾਜ ਦੇ ਵਿੱਚ ਹਰ ਕੋਈ ਚਾਹੁੰਦਾ, ਤਰਸ ਵੀ ਲੋਕੀ ਕਰਦੇ ਆ ਕਿ ਇਹਨਾਂ ਦੇ ਨਾਲ ਕਿਉਂ ਇਹ ਹੋਇਆ, ਪਰ ਕਹਿੰਦੇ ਇਹਨਾਂ ਨੂੰ ਸਾਂਭਣ ਦੇ ਲਈ ਬੜਾ ਵੱਡਾ ਜਿਗਰਾ ਕਰਨਾ ਪੈਂਦਾ। ਤੇ ਕੈਨੇਡਾ ਦੀ ਧਰਤੀ, ਅਮਰੀਕਾ ਦੀ ਧਰਤੀ, UK ਦੀ ਜਾਂ ਹੋਰਾਂ ਮੁਲਕਾਂ ਦੀ ਮੈਂ ਗੱਲ ਕਰਾਂ, ਜਿੱਥੇ ਪੰਜਾਬੀ ਵਸੇ ਆ ਨਾ, ਉਹਨਾਂ ਦੇ ਦਿਲ ਵਿੱਚ ਪੰਜਾਬ ਵਸਦਾ ਆ। ਪੰਜਾਬ ਦੀ ਮਿੱਟੀ ਨਾਲ ਮੋਹ ਆ। ਆਪਣੀ ਕਮਾਈ 'ਚੋਂ ਦਸਵੰਧ ਕੱਢ ਕੇ, ਕਿਉਂਕਿ ਅਸੀਂ ਤਾਂ ਵਿਕਸਿਤ ਮੁਲਕਾਂ 'ਚ ਬੈਠੇ ਹਾਂ ਤੇ ਅਸੀਂ ਉਸ ਦਸਵੰਧ ਨੂੰ ਆਪਣੀ ਧਰਤੀ ਤੇ ਲੋੜਵੰਦਾਂ ਤੱਕ ਪਹੁੰਚਦਾ ਕਰਨਾ ਆਪਣਾ ਫਰਜ਼ ਸਮਝਦੇ ਹਾਂ। ਤੇ ਉਹ ਦਸਵੰਧ ਕਿੱਥੇ ਜਾਂਦਾ, ਕਿਹਨਾਂ ਦੇ ਲਈ ਵਰਤਿਆ ਜਾਂਦਾ? ਜਿਹੜੀਆਂ ਚੰਗੀਆਂ ਨਾਮਵਰ ਜਿਹੜੀਆਂ ਸੰਸਥਾਵਾਂ ਆ, ਜਿਹੜੀਆਂ ਟਰਾਂਸਪੇਰੈਂਸੀ ਦੇ ਨਾਲ ਕੰਮ ਕਰਦੀਆਂ, ਸਾਨੂੰ ਦਿਸਦਾ ਆ ਉਹਨਾਂ ਦਾ ਕੰਮ। ਇਹੋ ਜਿਹੀਆਂ ਸੰਸਥਾਵਾਂ ਦੇ ਵਿੱਚੋਂ ਇੱਕ ਸੰਸਥਾ ਪ੍ਰਭ ਆਸਰਾ। ਮੈਂ ਖੁਦ ਇਸ ਜਗ੍ਹਾ 'ਤੇ ਜਾ ਕੇ ਵਿਜ਼ਿਟ ਕਰਕੇ ਆਈ ਹਾਂ ਤੇ ਆਉਣ ਵਾਲੇ ਸਮੇਂ 'ਚ ਮੈਂ ਹੋਰ ਪਲਾਨ ਕਰ ਰਹੀ ਹਾਂ ਕਿ ਸ਼ਾਇਦ ਟਾਈਮ ਮਿਲੇ ਤੇ ਮੈਂ ਇੱਕ ਲੰਬਾ ਸਮਾਂ ਇੱਥੇ ਰਹਿ ਕੇ ਉਹਨਾਂ ਲੋਕਾਂ ਦੀ ਸੇਵਾ ਕਰ ਸਕਾਂ। ਭੈਣ ਜੀ ਰਜਿੰਦਰ ਕੌਰ ਜੀ ਜਦੋਂ ਵੀ ਕੈਨੇਡਾ ਦੀ ਧਰਤੀ 'ਤੇ ਆਉਂਦੇ ਆ, ਫਾਊਂਡਰ ਨੇ ਪ੍ਰਭ ਆਸਰਾ ਦੇ, ਜਦੋਂ ਵੀ ਆਉਂਦੇ ਆ ਸਾਨੂੰ ਜ਼ਰੂਰ ਸਮਾਂ ਦਿੰਦੇ ਆ। ਬੜਾ ਮਾਣ ਮਹਿਸੂਸ ਹੁੰਦਾ ਮੈਨੂੰ ਸਾਡੀਆਂ ਇਹੋ ਜਿਹੀਆਂ ਵੱਡੀਆਂ ਭੈਣਾਂ 'ਤੇ ਜਿਨ੍ਹਾਂ ਤੋਂ ਅਸੀਂ ਬਹੁਤ ਕੁਝ ਸਿੱਖਦੇ ਹਾਂ। ਅੱਜ ਫਿਰ ਸਾਡੇ ਸਟੂਡੀਓ 'ਚ ਆਏ ਆ, ਜੀ ਆਇਆਂ ਕਹਿੰਦੇ ਆ ਤੇ ਇਹਨਾਂ ਦੇ ਕੋਲੋਂ ਅਸੀਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਟਿੱਕਰੀ ਬਾਰਡਰ 'ਤੇ ਸੇਵਾ ਕਰ ਰਹੇ ਨੇ ਤੇ ਕਿਸ ਤਰ੍ਹਾਂ ਪ੍ਰਭ ਆਸਰਾ ਦੇ ਵਿੱਚ ਕੀ ਹਾਲਾਤ ਨੇ, ਕਿਵੇਂ ਚੱਲ ਰਿਹਾ, ਕਿਉਂਕਿ ਕੋਵਿਡ ਨੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਬਦਲਾਅ ਲਿਆਂਦਾ। ਸੋ ਆਓ ਇਹਨਾਂ ਤੋਂ ਜਾਣਦੇ ਹਾਂ। ਭੈਣ ਜੀ ਮੇਰੇ ਵੱਲੋਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ ਜੀ ਤੁਹਾਨੂੰ ਸਾਡੀ ਕੈਨੇਡਾ ਦੀ ਧਰਤੀ ਤੇ ਤੁਹਾਡੇ ਦੂਜੇ ਪੰਜਾਬ ਦੇ ਵਿੱਚ। ਧੰਨਵਾਦ ਜੀ, ਬਹੁਤ ਬਹੁਤ ਜੀ। ਭੈਣ ਜੀ ਮੈਨੂੰ ਬੜਾ ਚੰਗਾ ਲੱਗਦਾ ਜਦੋਂ ਵੀ ਤੁਸੀਂ ਕਿਤੇ ਆਉਂਦੇ ਆ ਫੇਰੀ ਤੇ ਜ਼ਰੂਰ ਤੁਹਾਡੇ ਨਾਲ ਮੁਲਾਕਾਤ ਹੁੰਦੀ ਆ। ਤੇ ਮੈਂ ਜਦੋਂ ਗੱਲ ਕਰਦੀ ਹਾਂ ਪ੍ਰਭ ਆਸਰਾ ਦੀ, ਇੱਕ ਤਾਂ ਹੁੰਦਾ ਨਾ ਕਿ ਅਸੀਂ ਸੁਣੀਆਂ ਸੁਣਾਈਆਂ ਗੱਲਾਂ ਕਰਦੇ ਹਾਂ ਕਿ ਉੱਥੇ ਇੱਕ ਪ੍ਰਭ ਆਸਰਾ ਹੈ, ਅਸੀਂ ਵੀਡੀਓ ਦੇਖ ਲਈਆਂ, ਮੂਵੀਆਂ ਦੇਖ ਲਈਆਂ,
ਮੈਂ ਖੁਦ ਉੱਥੇ ਜਾ ਕੇ ਰਹਿ ਕੇ ਦੇਖ ਕੇ ਉਹ ਐਕਸਪੀਰੀਅੰਸ ਕਰਕੇ ਆਈ ਹਾਂ। ਤੇ ਹੁਣ ਕੋਵਿਡ ਨੇ ਸਾਰਿਆਂ ਦੀ ਜ਼ਿੰਦਗੀ ਨੂੰ ਪ੍ਰਭਾਵ ਬੜਾ ਵੱਡਾ ਕਹਿ ਲਓ ਕਿ ਇੱਕ ਤਬਦੀਲੀ ਆ ਗਈ ਸਾਰਿਆਂ ਦੇ ਵਿੱਚ। ਤੇ ਪ੍ਰਭ ਆਸਰਾ ਦੀ ਜਦੋਂ ਗੱਲ ਕਰਦੇ ਹਾਂ, ਸੋ ਥੋੜਾ ਜਿਹਾ ਦੱਸੋ ਕਿ ਕਿਵੇਂ ਸਾਰਾ ਕੁਝ ਮੈਨੇਜ ਕੀਤਾ ਕੋਵਿਡ ਦੇ ਦੌਰਾਨ। ਕੋਵਿਡ ਦੇ ਦੌਰਾਨ ਬਹੁਤ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ, ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲੀ ਤਾਂ ਇਹ ਸੀਗੀ ਕਿ ਇਹਨਾਂ ਨੂੰ ਸੇਫ ਕਿੱਦਾਂ ਰੱਖਿਆ ਜਾਏ। ਜਿਵੇਂ ਆਪ ਜਾਣਦੇ ਹੋ 3 ਬ੍ਰਾਂਚਿਸ 'ਚ ਤਾਂ ਇਨਹੈਬੀਟੈਂਟਸ ਡਿਸਟਰੀਬਿਊਟਿਡ ਸੀਗੇ, ਅਤੇ ਸਭ ਤੋਂ ਵੱਡੀ ਬ੍ਰਾਂਚ ਜਿਹੜੀ ਕੁਰਾਲੀ ਵਿਖੇ ਹੈਗੀ ਆ ਪਡਿਆਲਾ, ਉੱਥੇ ਤਕਰੀਬਨ ਮੁਲਾਜ਼ਮਾਂ ਸਮੇਤ 550 550 ਦੇ ਕਰੀਬ ਸਾਰੇ ਸੀਗੇ ਰੈਜ਼ੀਡੈਂਟਸ। ਅਤੇ ਉਹਨਾਂ ਨੂੰ ਬਾਹਰਲੇ ਕੋਵਿਡ ਤੋਂ ਸੇਫ ਰੱਖਣਾ ਇੱਕ ਬਹੁਤ ਵੱਡਾ ਸਵਾਲ ਸੀਗਾ। ਅਤੇ ਸਭ ਤੋਂ ਪਹਿਲਾਂ ਅਸੀਂ ਰਿਕੁਐਸਟ ਕੀਤੀ ਆਪਣੇ ਸਟਾਫ ਮੈਂਬਰਸ ਨੂੰ ਕਿ ਵੀ ਤੁਹਾਨੂੰ ਅੰਦਰ ਹੀ ਰਹਿਣਾ ਪਏਗਾ, ਅਤੇ ਜੇ ਤੁਸੀਂ ਆਪਣੇ ਫੈਮਿਲੀ ਮੈਂਬਰਸ ਨੂੰ ਲੈ ਕੇ ਆਉਣਾ ਚਾਹੁੰਦੇ ਹੋ ਤੁਸੀਂ ਲਿਆ ਕੇ ਇੱਥੇ ਰੱਖ ਸਕਦੇ ਹੋ। ਸਭ ਤੋਂ ਪਹਿਲਾਂ ਉਹਨਾਂ ਵਾਸਤੇ ਰੈਜ਼ੀਡੈਂਸ ਦੀ ਅਵੇਲੇਬਿਲਿਟੀ ਉਹ ਇੱਕ ਸਾਡੇ ਲਈ ਬਹੁਤ ਵੱਡਾ ਚੈਲੰਜ ਸੀਗਾ, ਕਿਉਂਕਿ ਫਿਰ ਦੂਸਰੀ ਗੱਲ ਸੀਗੀ ਕਿ ਵੀ ਇਹਨਾਂ ਨੂੰ ਫੂਡ ਦੀ ਅਵੇਲੇਬਿਲਿਟੀ ਕਿੰਨੇ ਸਮੇਂ ਤੱਕ ਹੋ ਸਕਦਾ ਅੰਦਰ ਰਹਿਣਾ ਪਵੇ। ਅਤੇ ਨਾਲ ਲੱਗਦਾ ਹੀ ਸਾਨੂੰ ਬਾਹਰੋਂ ਡਿਮਾਂਡ ਆਉਣ ਲੱਗੀ ਪਬਲਿਕ ਦੀ ਕਿ ਸ਼ਾਇਦ ਇੱਕੋ ਦਮ ਲੋਕਡਾਊਨ ਕਰਕੇ ਵੀ ਉਹਨਾਂ ਕੋਲ ਰਾਸ਼ਨ ਮੁੱਕ ਗਿਆ ਸੀਗਾ। ਕੁਛ ਲੇਬਰਰਸ ਵਿਚਾਰੇ ਜਿਹੜੇ ਦਿਹਾੜੀ ਕਰਦੇ ਸੀਗੇ, ਇੱਕ ਟਾਈਮ ਦਾ ਹੀ ਖਾਣਾ 2 ਟਾਈਮ ਦਾ ਮਸਾਂ ਕਮਾਉਂਦੇ ਸੀ ਅਤੇ ਖਾਂਦੇ ਸੀਗੇ, ਉਹਨਾਂ ਲਈ ਇੱਕੋ ਦਮ ਹੀ ਲੋਕਡਾਊਨ ਨੇ ਉਹਨਾਂ ਨੂੰ ਘਰਾਂ ਦੇ ਅੰਦਰ ਵਾੜ ਦਿੱਤਾ। ਲੇਕਿਨ ਉਹਨਾਂ ਵਾਸਤੇ ਸਰਕਾਰ ਹਜੇ ਕਰ ਨਹੀਂ ਸੀ ਸਕੀ, ਕੁਛ ਵੀ ਨਹੀਂ ਸੀ ਕਰ ਪਾਈ, ਕਿਉਂਕਿ ਇੱਥੇ ਦੀਆਂ ਸਰਕਾਰਾਂ ਆਪਾਂ ਨੂੰ ਬਹੁਤ ਛੇਤੀ ਸੰਭਾਲ ਲੈਂਦੀਆਂ, ਲੇਕਿਨ ਉੱਥੇ ਦੀ ਸਾਡਾ ਸਟਰਕਚਰ ਇੱਦਾਂ ਦਾ ਨਹੀਂ ਹੈਗਾ ਕਿ ਉਹਨਾਂ ਨੂੰ ਬਹੁਤ ਛੇਤੀ ਸਪੋਰਟ ਕੀਤੀ ਜਾ ਸਕੇ। ਸਾਡਾ ਸਭ ਤੋਂ ਵੱਡਾ ਇਹ ਸੀਗੀ ਕਿ ਵੀ ਇਹਨਾਂ ਨੂੰ ਅਸੀਂ ਭੁੱਖਮਰੀ ਦਾ ਸ਼ਿਕਾਰ ਨਾ ਹੋ ਜਾਣ, ਕੋਵਿਡ ਤੋਂ ਤਾਂ ਸ਼ਾਇਦ ਨਾ ਇਹ ਪਾਸ ਆਨ ਹੋਣ। ਅਤੇ ਫਿਰ ਕੋਵਿਡ ਕਿਟਸ ਅਤੇ ਰਾਸ਼ਨ ਕਿਟਸ ਹਜ਼ਾਰਾਂ ਦੀ ਤਾਦਾਦ 'ਚ ਅਸੀਂ ਫਿਰ ਡਿਸਟਰੀਬਿਊਟ ਕਰਨੀਆਂ ਸ਼ੁਰੂ ਕੀਤੀਆਂ, ਸਾਰੇ ਸੇਫਟੀ ਮੇਜਰਸ ਲੈਂਦੇ ਹੋਏ। ਇੱਕ ਸਾਡਾ ਵੀ ਸੰਪਰਕ ਅਸੀਂ ਥੋੜ੍ਹਾ ਜਿਹਾ, ਬਿਕੋਜ਼ ਸਾਡਾ ਪਬਲਿਕ ਨਾਲ ਸੰਪਰਕ ਜ਼ਿਆਦਾ ਸੀਗਾ, ਥੋੜ੍ਹਾ ਜਿਹਾ ਇਨਹੈਬੀਟੈਂਟਸ ਨੂੰ ਅਸੀਂ ਦੂਰੋਂ ਮਿਲਦੇ ਸੀਗੇ। ਅਤੇ ਨਾਲ ਲੱਗਦੀ ਹੀ ਉੱਧਰ ਸਾਡੀਆਂ 2 ਐਂਬੂਲੈਂਸਿਸ ਕੋਵਿਡ ਪੇਸ਼ੈਂਟਸ ਨੂੰ ਅਲੱਗ-ਅਲੱਗ ਘਰਾਂ ਤੋਂ ਚੱਕ ਕੇ ਹਸਪੀਟਲ ਤੱਕ ਪਹੁੰਚਾਉਣ ਦਾ ਵੀ ਕੰਮ ਕਰਦੀਆਂ ਰਹੀਆਂ, ਕਿਉਂਕਿ ਪ੍ਰਸ਼ਾਸਨ ਨੇ ਸਾਡੀ ਸਪੋਰਟ ਦੀ ਡਿਮਾਂਡ ਕੀਤੀ ਤਾਂ ਸਾਨੂੰ ਉਹਨਾਂ ਨੂੰ ਸਪੋਰਟ ਦੇਣਾ ਪਿਆ। ਇੱਕ ਮੋਹਾਲੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਅਤੇ ਇੱਕ SDM ਆਫਿਸ ਖਰੜ ਦੇ ਨਾਲ ਇਹ ਰੈਗੂਲਰ ਵਰਕ ਕਰ ਰਹੀਆਂ ਸੀ। ਉਦੋਂ ਫਾਰਮਰ ਪ੍ਰੋਟੈਸਟ ਸ਼ੁਰੂ ਹੋਇਆ ਅਤੇ ਨਾਲ ਹੀ ਸਾਡਾ ਉੱਥੇ ਟਿਕਰੀ ਬਾਰਡਰ 'ਤੇ ਫ੍ਰੀ ਮੈਡੀਕਲ ਕੈਂਪ ਅਤੇ ਨਾਲ ਹੀ ਐਂਬੂਲੈਂਸਿਸ ਸਰਵਿਸਿਜ਼ ਸ਼ੁਰੂ ਹੋ ਗਈਆਂ। ਪਹਿਲਾਂ 2 ਐਂਬੂਲੈਂਸਿਸ ਫੁੱਲੀ ਵਰਕ ਕਰ ਰਹੀਆਂ ਸੀ, ਲੇਕਿਨ ਜਦੋਂ ਥੋੜ੍ਹਾ ਜਿਹਾ ਉੱਥੇ ਘਟੇ ਆਪਣੇ ਫਾਰਮਰਸ ਅਤੇ ਲੋੜਾਂ ਘਟੀਆਂ, ਕਿਉਂਕਿ ਜ਼ਿਆਦਾ ਸਪੋਰਟ ਜਦੋਂ ਸ਼ੁਰੂ ਹੋ ਗਈ ਤਾਂ ਉਦੋਂ ਫਿਰ ਇੱਕ ਐਂਬੂਲੈਂਸ ਉਦੋਂ ਦੀ ਰੈਗੂਲਰ, ਨਾਲ ਡਾਕਟਰ ਸਾਡੇ ਰੈਗੂਲਰ ਵਿਜ਼ਿਟ ਕਰਦੇ ਆ, ਫ੍ਰੀ ਮੈਡੀਸਨਸ ਪਕੌੜਾ ਚੌਂਕ ਟਿਕਰੀ ਬਾਰਡਰ 'ਤੇ ਸਾਡਾ ਰੈਗੂਲਰ ਚੱਲ ਰਿਹਾ ਸੀਗਾ। ਅਤੇ ਇਨ ਮੀਨ ਟਾਈਮ ਜਦੋਂ ਪਬਲਿਕ ਨੂੰ ਪਤਾ ਲੱਗਿਆ ਕਿ ਸਾਡੇ ਕੋਲ ਡਾਕਟਰਸ ਵਿਜ਼ਿਟ ਕਰਦੇ ਆ, ਸਾਡੇ ਖੁਦ ਦੇ ਡਾਕਟਰਸ ਅੰਦਰ ਰੱਖੇ ਹੋਏ ਆ, ਹਾਇਰ ਕੀਤੇ ਹੋਏ ਆ, ਸਟਾਫ ਨਰਸਿੰਗ ਸਟਾਫ ਸਾਰਾ ਅਵੇਲੇਬਲ ਹੈਗਾ, ਅਤੇ ਉਹਨਾਂ ਨੇ ਬਾਹਰ OPDs ਹਸਪੀਟਲਾਂ 'ਚ ਬੰਦ ਹੋ ਗਈਆਂ ਅਤੇ ਉਹਨਾਂ ਨੇ ਸਾਡੇ ਤੱਕ ਸੰਪਰਕ ਕਰਨਾ ਸ਼ੁਰੂ ਕੀਤਾ। ਬਿਕੋਜ਼ ਸਾਨੂੰ ਵੀ ਬੜੀਆਂ ਦਿੱਕਤਾਂ ਆਈਆਂ, ਜਿਹੜੇ ਸਾਡੇ ਕ੍ਰਿਟੀਕਲ ਪੇਸ਼ੈਂਟ ਸੀ ਅਸੀਂ ਹਸਪੀਟਲ 'ਚ ਲੈ ਕੇ ਜਾਂਦੇ ਸੀ, ਉਹਨਾਂ ਨੂੰ ਐਡਮਿਸ਼ਨ ਨਹੀਂ ਸੀ ਮਿਲ ਰਹੀ। ਉਹ ਕਹਿ ਰਹੇ ਸੀ ਸਿਰਫ ਕੋਵਿਡ ਵਾਲੇ ਪੇਸ਼ੈਂਟ ਹੀ ਅਸੀਂ ਰੱਖ ਸਕਦੇ ਹਾਂ, ਦੂਜੇ ਪੇਸ਼ੈਂਟ ਨਹੀਂ ਰੱਖ ਸਕਦੇ। ਅਤੇ ਫਿਰ ਸਾਨੂੰ ਐਮਰਜੈਂਸੀ ਹਾਲਾਤਾਂ ਨੂੰ ਦੇਖਦੇ ਹੋਏ ਇੱਕ ਹੋਟਲ ਅਸੀਂ ਐਗਰੀਮੈਂਟ ਕੀਤਾ ਹੋਟਲ ਦਾ, ਉਹਨੂੰ ਰੈਨੋਵੇਟ ਕੀਤਾ। ਤਕਰੀਬਨ 1 ਕਰੋੜਾਂ ਦਾ ਬਜਟ ਸੀਗਾ, ਜਿਹੜਾ ਕਿ ਅਸੀਂ ਬਿਲਡਿੰਗਸ ਵਾਸਤੇ ਰੱਖਿਆ ਸੀਗਾ। ਸਾਡੀਆਂ ਬਿਲਡਿੰਗਸ ਦਾ ਕੰਮ ਅਧੂਰਾ ਹੀ ਰਹਿ ਗਿਆ, ਲੇਕਿਨ ਅਸੀਂ ਉਹਨੂੰ ਪ੍ਰਾਇਓਰਿਟੀ ਦਿੱਤੀ ਕਿਉਂਕਿ ਇਹ ਪਬਲਿਕ ਦੀ ਬਹੁਤ ਵੱਡੀ ਨੀਡ ਸੀਗੀ ਉਸ ਟਾਈਮ। ਦੂਸਰੀ ਡੈਲਟਾ ਲਹਿਰ ਸ਼ੁਰੂ ਹੋਣ ਵਾਲੀ ਸੀਗੀ, ਅਸੀਂ ਕੋਵਿਡ ਦੇ ਵਿੱਚ ਹੀ ਸ਼ੁਰੂ ਕੀਤਾ ਹੈ, ਅਤੇ ਡੈਲਟਾ ਲਹਿਰ ਦੇ ਦੌਰਾਨ ਸਾਡਾ ਇਹ ਫੁੱਲ ਫਲੈਜ ਚੱਲ ਰਿਹਾ ਸੀਗਾ ਹਸਪੀਟਲ। ਤਕਰੀਬਨ ਜਨਵਰੀ ਫੈਬਰਵਰੀ 'ਚ ਇਹ ਸ਼ੁਰੂ ਹੋ ਗਿਆ ਸੀਗਾ, ਅਤੇ ਉਦੋਂ ਵੀ ਕਾਫੀ ਇੱਦਾਂ ਦੇ ਕੋਵਿਡ ਪੋਜ਼ੀਟਿਵ ਪੇਸ਼ੈਂਟਸ, ਅਤੇ ਉਧਰ ਹੀ ਆਕਸੀਜਨ ਦੀ ਘਾਟ ਮਹਿਸੂਸ ਹੋਣੀ ਸ਼ੁਰੂ ਹੋ ਗਈ। ਅਤੇ ਫਿਰ ਆਕਸੀਜਨ ਕੌਨਸੈਂਟਰੇਟਰਸ ਸਾਰਿਆਂ ਨੂੰ ਅਵੇਲੇਬਲ ਕਰਵਾਉਣਾ, ਆਕਸੀਜਨ ਅਵੇਲੇਬਲ
ਅਵੇਲੇਬਲ ਕਰਵਾਉਣੀ, ਜਿਨ੍ਹਾਂ ਦੀ ਨੀਡ ਸੀਗੀ ਉਹਨਾਂ ਫ੍ਰੀ ਆਫ ਕਾਸਟ ਇਹ ਸਾਰਾ ਕੁਝ ਅਵੇਲੇਬਲ ਕਰਵਾਇਆ ਗਿਆ। ਤੇ ਨਾਲ ਹੀ ਸਾਡੇ ਡਾਕਟਰਸ ਨੇ ਕੰਮ ਸ਼ੁਰੂ ਕਰ ਦਿੱਤਾ, ਇੱਕ ਡਾਇਗਨੋਸਟਿਕ ਸੈਂਟਰ ਸ਼ੁਰੂ ਕਰ ਦਿੱਤੇ ਜਿਹੜਾ ਕਿ ਆਮ ਪਬਲਿਕਲੀ ਚੈਰੀਟੇਬਲ ਰੇਟਸ ਤੇ ਜਿਹੜੇ ਐਕਸੀਡੈਂਟਲ ਕੇਸਿਸ ਜਾਂ ਡੈਸਟੀਟਿਊਟ ਹੈਗੇ ਆ ਉਹਨਾਂ ਲਈ ਅਨਕੰਡੀਸ਼ਨਲ ਮਤਲਬ ਉਹਨਾਂ ਵਾਸਤੇ ਸਰਵਿਸਿਜ਼ ਪ੍ਰੋਵਾਈਡ ਕਰਨ ਲੱਗ ਗਿਆ। ਤੇ ਹੁਣ ਵੀ ਡਾਇਗਨੋਸਟਿਕ ਸੈਂਟਰ ਦੇ ਨਾਲ ਫਾਰਮੇਸੀ ਵੀ ਕਾਸਟ ਟੂ ਕਾਸਟ ਉਹਨਾਂ ਨੂੰ ਸਾਰੀ ਮੈਡੀਸਨ ਅਵੇਲੇਬਲ ਕਰ ਰਹੀ ਹੈਗੀ। ਤੇ ਤੁਸੀਂ ਗੱਲ ਕੀਤੀ ਕਿ ਜਿਹੜੀ ਫੰਡਿੰਗ ਤੁਸੀਂ ਬਿਲਡਿੰਗਸ ਦੇ ਲਈ ਰੱਖੀ ਸੀ ਔਰ ਪਹਿਲਾਂ ਇੱਕ ਪ੍ਰਭ ਆਸਰਾ ਦੇ ਉੱਤੇ ਬੜਾ ਵੱਡਾ ਪ੍ਰਸ਼ਾਸਨ ਵੱਲੋਂ ਵੀ ਸੀ ਕਿ ਇੱਕ ਟੈਕਸ ਬੜਾ ਵੱਡੀ ਅਮਾਉਂਟ ਦੇ ਵਿੱਚ ਜਿਹੜਾ ਤਕਰੀਬਨ ਮੇਰੇ ਖਿਆਲ 80 ਲੱਖ ਤੋਂ ਜਿਹੜਾ ਹਾਂਜੀ 85 ਲੱਖ ਦੇ ਤਕਰੀਬਨ ਉਹ ਕਰੀਬ ਸੀਗਾ, ਉਹ ਵੀ ਹੱਲੇ ਚੱਲ ਰਿਹਾ ਸੀ। ਤੇ ਉਸ ਤੋਂ ਬਾਅਦ ਜਿਹੜੀ ਮਮਤਾ ਫਲਵਾੜੀ ਵੀ ਬਣਨੀ ਸ਼ੁਰੂ ਹੋਈ ਸੀ, ਉਹ ਬਿਲਡਿੰਗ ਕੰਪਲੀਟ ਹੋਈ ਜਾਂ ਨਹੀਂ ਹੱਲੇ ਉਹ ਵੀ ਵਿੱਚ ਹੀ ਰਹਿ ਗਈ? ਹਾਂਜੀ, ਉਹ ਬਹੁਤ ਵੱਡਾ ਸਹਿਯੋਗ ਹੈ ਮਮਤਾ ਫਾਊਂਡੇਸ਼ਨ ਦਾ ਇੱਥੋਂ ਕੈਨੇਡਾ ਦੀ ਧਰਤੀ ਤੋਂ, ਤੇ ਉਹ ਬਿਲਡਿੰਗ ਫੁੱਲ ਫਲੈਜ ਤਿਆਰ ਹੋ ਗਈ ਹੈ। ਲੇਕਿਨ ਸਿਰਫ ਵਿੱਚ ਜਿਹੜੇ ਛੋਟੇ ਮੋਟੇ ਕੰਮ ਹੈਗੇ ਆ ਉਹ ਪੈਂਡਿੰਗ ਹੈਗੇ ਆ, ਲਿਫਟਾਂ ਦਾ ਹੋ ਗਿਆ, ਉਹਨਾਂ ਦੇ ਡਾਈਨਿੰਗ ਹਾਲ 'ਚ ਸਾਰੇ ਟੇਬਲਸ ਵਗੈਰਾ ਲਗਾਉਣੇ, ਹੋਰ ਛੋਟੇ ਛੋਟੇ ਕੰਮ ਪੈਂਡਿੰਗ ਹੈਗੇ। ਬਾਕੀ ਕਿਉਂਕਿ ਐਮਰਜੈਂਸੀ ਹਾਲਾਤਾਂ 'ਚ ਸਾਨੂੰ ਹੋਰ ਕੁਝ ਸੁਝਿਆ ਨਹੀਂ। ਜਿਹੜੀ ਉਹ ਫੰਡਿੰਗ ਤੁਸੀਂ ਬਿਲਡਿੰਗਸ ਦੇ ਲਈ ਰੱਖੀ ਸੀ, ਆਪਣੀਆਂ ਬਿਲਡਿੰਗਸ ਤਿਆਰ ਕਰਨ ਦੇ ਲਈ ਰੱਖੀ ਸੀ ਉਹਨਾਂ ਲੋਕਾਂ ਦੇ ਲਈ, ਉਹ ਫਿਰ ਕੋਵਿਡ ਦੇ ਦੌਰਾਨ ਜਾਂ ਕਿਸਾਨ ਅੰਦੋਲਨ ਦੇ ਦੌਰਾਨ ਉਹਦੀ ਵਰਤੋਂ ਉੱਧਰ ਹੋ ਗਈ? ਹਾਂਜੀ, ਉਦੋਂ ਕੋਵਿਡ ਦੇ ਵਿੱਚ ਹਸਪੀਟਲ ਤੇ ਕਿਸਾਨ ਅੰਦੋਲਨ 'ਚ ਬਾਕੀ ਐਂਬੂਲੈਂਸਿਸ ਸਰਵਿਸਿਜ਼ 'ਚ ਪ੍ਰੋਵਾਈਡ ਕਰਨ 'ਚ ਕਾਫੀ ਹੋ ਗਈ। ਲੇਕਿਨ ਮਮਤਾ ਫੁਲਵਾੜੀ 'ਚ ਅਸੀਂ ਐਮਰਜੈਂਸੀ ਹਾਲਾਤਾਂ ਦੇਖੋ ਬੱਚੀਆਂ ਵਾਸਤੇ ਭਾਜੀ ਹਰਾਂ ਨੇ ਸਾਨੂੰ ਤਿਆਰ ਕਰਵਾ ਕੇ ਦਿੱਤੀ, ਲੇਕਿਨ ਅਸੀਂ ਉੱਥੇ ਫਿਰ ਆਪਣਾ ਮੇਲ ਸੈਕਸ਼ਨ ਨੂੰ ਟੈਂਪਰੇਰੀ ਬੇਸਿਸ ਤੇ ਅਵੇਲੇਬਲ ਕਰਵਾਇਆ ਤਾਂ ਕਿ ਉਦੋਂ ਸਟਾਫ ਨੂੰ ਸਾਨੂੰ ਅੰਦਰ ਉਹਨਾਂ ਨੂੰ ਰੱਖਣਾ ਬਹੁਤ ਜ਼ਰੂਰੀ ਸੀਗਾ ਸਾਰਿਆਂ ਦੇ ਸੇਫਟੀ ਮੇਜਰਸ ਨੂੰ ਦੇਖਦੇ ਹੋਏ, ਜਿਸ ਕਰਕੇ ਐਮਰਜੈਂਸੀ ਹਾਲਾਤਾਂ ਸਾਨੂੰ ਉਹ ਸਾਰੀ ਸ਼ਫਲਿੰਗ ਕਰਨੀ ਪਈ। ਤੇ ਬਾਕੀ ਇੱਥੋਂ ਵੀ ਸੰਗਤ ਦਾ ਸਹਿਯੋਗ ਮਤਲਬ ਹੈਗਾ, ਬਟ ਉਸ ਟਾਈਮ ਸਾਰੀ ਪਬਲਿਕ ਜਿਹੜੀ ਸਪੋਰਟ ਸੀਗੀ ਉਹ ਘਟ ਗਈ ਤੇ ਪਬਲਿਕ ਦੀ ਵਿਜ਼ਿਟ ਵੀ ਘਟ ਗਈ, ਜਿਸ ਕਾਰਨ ਕਰਕੇ ਕੁਝ ਸਾਡੇ FCRA ਅਕਾਊਂਟ ਫਰੀਜ਼ ਕਰ ਦਿੱਤੇ ਗਏ ਕਿ ਅਸੀਂ ਉੱਥੇ ਫਾਰਮਰ ਪ੍ਰੋਟੈਸਟ ਵਿੱਚ ਹੈਲਪ ਸਪੋਰਟ ਕਰ ਰਹੇ ਹੈਗੇ ਆ। ਅੱਛਾ ਜੀ, ਤੁਹਾਨੂੰ ਇਹਦੇ ਨਾਲ ਕਿ ਤੁਸੀਂ ਉੱਥੇ ਟਿਕਰੀ ਬਾਰਡਰ ਤੇ ਜਿਹੜਾ ਆਪਣਾ ਮੈਡੀਕਲ ਦਾ ਤੁਸੀਂ ਲਾਇਆ ਸੀ ਕੈਂਪ, ਐਂਬੂਲੈਂਸ ਦੀ ਸਰਵਿਸਿਜ਼ ਦੇ ਰਹੇ ਸੀ ਔਰ ਤੁਸੀਂ ਹੋਰ ਕਰ ਰਹੇ ਜਿਵੇਂ ਡਾਕਟਰ ਸਵੈਮਾਨ ਵੀ ਕਰ ਰਹੇ ਸੀ ਔਰ ਉਦੋਂ ਦੇ ਉੱਥੇ ਹੀ ਬੈਠੇ ਹੈਗੇ ਆ, ਸੋ ਇਹਦੇ ਕਰਕੇ ਤੁਹਾਨੂੰ ਸਾਡੇ FCRA ਅਕਾਊਂਟ ਫਰੀਜ਼ ਕੀਤੇ ਗਏ? ਹਾਂਜੀ, ਜਿਹੜੇ ਕਿ ਫੋਰਨ ਤੋਂ ਅਸੀਂ ਜਿਹੜੀ ਡੋਨੇਸ਼ਨ ਲੈਣੀ ਸੀ ਉਹ ਸਾਡੀ ਉੱਥੇ ਪਹੁੰਚ ਨਹੀਂ ਪਾ ਰਹੀ ਹੈਗੀ ਫਿਲਹਾਲ ਤੱਕ ਵੀ ਨਹੀਂ, ਤੇ ਉਹਦੇ ਕਰਕੇ ਸਾਨੂੰ ਫੰਡਿੰਗਸ ਦੀ ਬਾਹਰੋਂ ਅਵੇਲੇਬਿਲਿਟੀ ਨਹੀਂ ਸੀ ਹੋ ਰਹੀ ਤੇ ਸਾਡਾ ਜਿਹੜਾ ਫੰਡ ਸੀ ਉਹ ਕੰਜ਼ਿਊਮ ਹੋ ਗਿਆ ਸੀਗਾ, ਜਿਸ ਕਰਕੇ ਸਾਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਹੁਣ ਜਿਹੜੇ ਫੋਰਨਰ ਹੈਗੇ ਆ ਜਿਵੇਂ NRI ਆ ਬਾਹਰਲੇ ਮੁਲਕਾਂ 'ਚ ਆ, ਜੇ ਉਹ ਹੁਣ ਵੀ ਫੰਡਿੰਗ ਕਰਨੀ ਚਾਹੁੰਦੇ ਆ ਤੇ ਇਹਦਾ ਮਤਲਬ ਕਿ ਉਹ ਫੰਡਿੰਗ ਨਹੀਂ ਭੇਜ ਸਕਦੇ? ਹਾਲੇ ਵੀ ਅਕਾਊਂਟ ਫਰੀਜ਼? ਫਿਲਹਾਲ ਅਸੀਂ ਕੋਸ਼ਿਸ਼ 'ਚ ਲੱਗੇ ਹੋਏ ਆ ਕਿ ਉਹ ਜਿਹੜਾ ਫਰੀਜ਼ ਕੀਤਾ ਉਹਨੂੰ ਖੋਲ ਦਿੱਤਾ ਜਾਏ। ਅਸੀਂ ਪ੍ਰਸ਼ਾਸਨ ਤੱਕ ਪਹੁੰਚ ਕਰ ਰਹੇ ਹੈਗੇ ਆ, ਲੇਕਿਨ ਹਜੇ ਸਾਡੇ ਕੋਲ ਇਸ ਵਕਤ ਅਕਾਊਂਟ ਟੂ ਅਕਾਊਂਟ ਟ੍ਰਾਂਸਫਰ ਨਹੀਂ ਹੋ ਰਹੀ, ਜਿਸ ਕਰਕੇ ਅਸੀਂ ਬਾਹਰ ਆਏ ਸੀਗੇ ਵੀ ਕੁਝ ਕੈਸ਼ ਵਿੱਚ ਹੋ ਜਾਂਦਾ ਤਾਂ ਜਿਸ ਦੇ ਨਾਲ ਸਾਨੂੰ ਉੱਥੇ ਥੋੜਾ ਜਿਹਾ ਸੌਖਾ ਹੋ ਜਾਏਗਾ। ਇਸੇ ਕਰਕੇ ਸੰਗਤ ਨੂੰ ਅਸੀਂ ਕਾਫੀ ਬੇਨਤੀਆਂ ਵੀ ਕਰਦੇ ਹਾਂ ਵੀ ਬਿਲਕੁਲ ਭੈਣ ਜੀ, ਤੁਸੀਂ ਜਿਹੜੀ ਤੁਹਾਡੀ ਫੇਰੀ ਵੀ ਹੈਗੀ ਆ ਕੋਵਿਡ ਤੋਂ ਬਾਅਦ, ਤੁਸੀਂ ਤਕਰੀਬਨ 2 ਸਾਲ ਤੋਂ ਬਾਅਦ ਹੀ ਤੁਸੀਂ ਇੱਥੇ ਆਏ ਹੋ ਔਰ ਇਹ ਜ਼ਰੂਰਤ ਵੀ ਹੈ ਕਿਉਂਕਿ ਬਾਹਰਲੀ ਸੰਗਤ ਭੇਜਣਾ ਵੀ ਚਾਹੁੰਦੀ ਹੈ ਫੰਡਿੰਗ। ਤੁਸੀਂ ਜਾਣਦੇ ਹੋ ਕਿ ਮਮਤਾ ਫਾਊਂਡੇਸ਼ਨ ਦੀ ਗੱਲ ਕਰ ਲਈਏ ਜਾਂ ਪ੍ਰਭ ਆਸਰਾ ਦੀ ਗੱਲ ਕਰ ਲਈਏ, ਮੈਂ ਅਕਸਰ ਆਪਣੇ ਪ੍ਰੋਗਰਾਮਾਂ 'ਚ ਜ਼ਿਕਰ ਕਰਦੀ ਰਹਿੰਦੀ ਹਾਂ ਕਿ ਜੇ ਮੈਂ ਜੁੜੀ ਹਾਂ ਬਹੁਤ ਸਾਰੀਆਂ ਸੰਸਥਾਵਾਂ, ਮੈਂ ਸਾਰਿਆਂ ਦੀ ਸਿਫਤ ਕਰਦੀ ਹਾਂ ਕਿ ਸਾਰੇ ਕੰਮ ਵਧੀਆ ਕਰਦੇ ਹੈਗੇ ਆ, ਪਰ ਇਹਨਾਂ 2 ਸੰਸਥਾਵਾਂ ਦੇ ਨਾਲ ਮੈਂ ਬੜੇ ਚਿਰ ਤੋਂ ਜੁੜੀ ਹੋਈ ਹਾਂ। ਮੇਰੀ ਇੱਧਰ ਬੜੇ ਮਨੋਂ ਮੈਂ ਜੁੜੀ ਹੈਗੀ ਆ, ਮੈਨੂੰ ਕੰਮ ਬੜੇ ਚੰਗੇ ਲੱਗਦੇ ਹੈਗੇ ਆ ਤੇ ਮੈਨੂੰ ਵੀ ਸੀ ਕਿ ਲੋਕੀ ਚਾਹੁੰਦੇ ਆ, ਹੋਰ ਵੀ ਬਹੁਤ ਸਾਰੇ ਲੋਕ ਜੁੜਦੇ ਆ, ਪਰ ਇਹ ਹੁਣ ਅਕਾਊਂਟ ਦਾ ਇਸ਼ੂ ਆ ਰਿਹਾ ਕਰਕੇ ਤੇ ਫਿਰ ਫੰਡਿੰਗ ਲੋਕਾਂ ਦੀ ਜਾ ਨਹੀਂ ਰਹੀ ਹੈਗੀ। ਤੇ ਹੁਣ ਤੁਹਾਡੇ ਆਉਣ ਦਾ ਇੱਕ ਇਹ ਵੀ ਪਰਪਸ ਹੈਗਾ, ਇੱਕ ਇਹ ਵੀ ਮਕਸਦ ਆ ਕਿ ਇੱਥੋਂ ਜਿਹੜੇ ਪਰਿਵਾਰ ਜੁੜਨਾ ਚਾਹੁੰਦੇ ਆ, ਆਪਣਾ ਦਸਵੰਧ ਕੱਢਣਾ ਚਾਹੁੰਦੇ ਆ ਤੇ ਉਹ ਤੁਹਾਡੇ ਨਾਲ ਕੰਟੈਕਟ ਕਰਕੇ ਕਰ ਸਕਦੇ ਆ। ਸੋ ਕਿੰਨਾ ਕੁ ਸਮਾਂ ਤੁਸੀਂ ਇੱਥੇ ਹੋ ਸਰੀ ਦੇ ਵਿੱਚ ਜਾਂ ਇਸ ਕੈਨੇਡਾ 'ਚ? 8 ਤਰੀਕ ਤੱਕ ਇੱਥੇ 9 ਦੀ ਫਲਾਈਟ ਹੈਗੀ ਆ, 8 ਤਰੀਕ ਤੱਕ ਮੈਂ ਅਵੇਲੇਬਲ ਹੈਗੀ ਆ। ਤੇ ਕੋਈ ਪ੍ਰੋਗਰਾਮ ਉਲੀਕਿਆ ਹੈਗਾ, ਕੋਈ ਫੰਡ ਰੇਜ਼ਿੰਗ ਜਾਂ ਕੁਝ ਕਿਤੇ, ਕੋਈ ਪ੍ਰੈਸ ਕਾਨਫਰੰਸ ਜਿੱਥੇ ਲੋਕੀ ਤੁਹਾਨੂੰ ਮਿਲ ਸਕਦੇ
ਸਕਦੇ ਆ ਕੇ, ਜਾਂ ਕੋਈ ਨੰਬਰ ਤੁਹਾਡਾ ਲੋਕਲ ਹਾਂਜੀ ਇੱਥੇ ਦਾ? ਹਾਂਜੀ, ਅਸੀਂ ਹਜੇ ਬਿਕੋਜ਼ ਕੋਵਿਡ ਕਰਕੇ ਸਾਰਿਆਂ ਦੀ ਸੇਫਟੀ ਨੂੰ ਮੱਦੇਨਜ਼ਰ, ਹੁਣ ਨਵਾਂ ਵੇਰੀਐਂਟ ਆਇਆ ਉਹਦੇ ਮੱਦੇਨਜ਼ਰ ਅਸੀਂ ਕੋਈ ਗੈਦਰਿੰਗ ਦਾ ਪ੍ਰੋਗਰਾਮ ਨਹੀਂ ਕੀਤਾ, ਲੇਕਿਨ ਅਸੀਂ ਫੋਨ ਨੰਬਰ ਸਭ ਨੂੰ ਅਵੇਲੇਬਲ ਕਰਵਾ ਰਹੇ ਹਾਂ। ਕਿਤੇ ਵੀ ਆ ਕੇ ਮੈਨੂੰ ਮਿਲ ਸਕਦੇ ਹੈਗੇ ਆ। ਸਾਡਾ ਇੱਥੇ ਦਾ ਕੈਨੇਡਾ ਦਾ ਅਕਾਊਂਟ ਹੈਗਾ 604 365 1300 604 3651300 ਤੇ ਮੇਰੇ ਨਾਲ ਸੰਪਰਕ ਕਰ ਸਕਦੇ ਆ। ਬਾਕੀ ਇੰਡੀਆ ਦਾ ਨੰਬਰ 9915083793 9915083793 ਤੇ ਮੈਨੂੰ ਮੈਸੇਜ ਵੀ ਕਰ ਸਕਦੇ ਆ। ਬਾਕੀ ਅਸੀਂ ਪੂਰੀ ਕੋਸ਼ਿਸ਼ 'ਚ ਹੈਗੇ ਆ ਕਿ ਵੀ ਸਾਡੇ ਅਕਾਊਂਟਸ ਮਤਲਬ ਫਰੀਜ਼ਿੰਗ ਤੋਂ ਬਾਹਰ ਆ ਜਾਣ, ਤੇ ਉਹਦੇ ਵਾਸਤੇ ਈ ਟ੍ਰਾਂਸਫਰ ਕਰ ਸਕਦੇ ਆ। ਇੱਥੇ CIBC 'ਚ ਅਕਾਊਂਟ ਹੈਗਾ, ਜੇ ਕਈ ਨਹੀਂ ਸਾਡੇ ਕੋਲ ਕੈਸ਼ ਤੱਕ ਪਹੁੰਚ ਕਰ ਸਕਦੇ ਹੈਗੇ ਤੇ ਉਹਦੇ ਵਾਸਤੇ ਪ੍ਰਭ ਆਸਰਾ ਸੋਸਾਇਟੀ @gmail.com PRABHASRASOCIETY @gmail.com ਤੇ ਜਾ ਕੇ ਵੀ ਸਾਨੂੰ ਈ ਟ੍ਰਾਂਸਫਰ ਕਰ ਸਕਦੇ। CIBC ਦਾ ਅਕਾਊਂਟ ਹੈਗਾ ਇੱਥੇ ਲੋਕਲ। ਤੇ ਬਾਕੀ ਮਮਤਾ ਫਾਊਂਡੇਸ਼ਨ ਮੱਖਣ ਦੁੱਟ ਭਾਜੀ ਨਾਲ ਤਾਂ ਸੰਪਰਕ ਕਰ ਸਕਦੇ ਆ। ਹਰਜੀਤ ਸਿੰਘ ਰਾਏ ਹੈਗੇ ਆ, ਨਰਿੰਦਰ ਭਾਜੀ ਹੈਗੇ ਆ, ਉਹਨਾਂ ਨੂੰ ਡਾਇਰੈਕਟ ਕੰਟੈਕਟ ਕਰ ਸਕਦੇ ਹੈਗੇ। ਬਿਲਕੁਲ ਜੀ, ਔਰ ਸਾਡੇ ਸਾਰੇ ਪਰਿਵਾਰ ਕਰਦੇ ਵੀ ਹੈਗੇ, ਬੜੇ ਲੰਬੇ ਸਮੇਂ ਤੋਂ ਜੁੜੇ ਹੈਗੇ ਆ ਨਾਲ, ਤੇ ਜ਼ਰੂਰ ਹੁਣ ਇਸ ਔਖੀ ਘੜੀ ਦੇ ਵਿੱਚ ਅਸੀਂ ਸਾਰਿਆਂ ਨੇ ਰਲ ਕੇ ਨਿਕਲਣਾ, ਕਿਉਂਕਿ ਕਿਸਾਨ ਅੰਦੋਲਨ ਵੀ ਬਹੁਤ ਜ਼ਰੂਰੀ ਸੀ। ਉਹਦੇ ਕਰਕੇ ਬਹੁਤ ਸਾਰੇ NRI ਜਿਹੜੇ ਪੰਜਾਬ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਵੀ ਏਅਰਪੋਰਟਾਂ ਤੋਂ ਵਾਪਸ ਮੋੜਿਆ ਗਿਆ। ਸੋ ਸਾਰੇ ਕਿਸੇ ਨਾ ਕਿਸੇ ਪਾਸਿਓਂ ਇਹਦੇ ਨਾਲ ਅਫੈਕਟਡ ਹੋ ਰਹੇ ਹੈਗੇ ਆ, ਪਰ ਜਿੱਤ ਹੋ ਗਈ ਕਿਸਾਨ ਅੰਦੋਲਨ ਦੀ। ਕਾਲੇ ਜਿਹੜੇ ਕਾਨੂੰਨ ਸੀ ਉਹ ਰੱਦ ਹੋ ਗਏ, ਇਹ ਬੜੀ ਖੁਸ਼ੀ ਦੀ ਗੱਲ ਆ। ਹੁਣ ਤੁਸੀਂ ਉੱਥੋਂ ਆਏ ਹੋ, ਕਿਵੇਂ ਦਾ ਮਾਹੌਲ ਸੀ? ਤਿੱਕਰੀ ਬਾਰਡਰ ਤੇ ਜਾ ਕੇ ਆਏ ਹੋ? ਜੀ ਮੈਂ ਤਕਰੀਬਨ ਮੈਨੂੰ ਮਹੀਨਾ ਹੋ ਗਿਆ ਆਈ ਨੂੰ, ਤੇ ਇਹ ਸਾਰਾ ਕੁਝ ਉਸ ਤੋਂ ਬਾਅਦ ਹੀ ਹੋਇਆ ਹੈਗਾ, ਤੇ ਸਭ ਵਧਾਈ ਦੇ ਪਾਤਰ ਹੈਗੇ ਆ। ਸਾਰੇ ਰਲ ਮਿਲ ਕੇ ਹਮਲਾ ਮਾਰਿਆ ਸੀ ਤਾਂ ਇਹ ਮਤਲਬ ਇਸ ਸਟੇਜ ਤੱਕ ਆਪਾਂ ਪਹੁੰਚੇ ਹੈਗੇ ਆ। ਤੇ ਆਸ ਹੈ ਕਿ ਵੀ ਜਦੋਂ ਯੂਨਿਟੀ ਹੁੰਦੀ ਹੈ ਤਾਂ ਪਰਮਾਤਮਾ ਹਮੇਸ਼ਾ ਜਿੱਤ ਲਿਆਂਦਾ ਹੈ, ਤੇ ਇਹ ਹਮੇਸ਼ਾ ਹੁੰਦਾ ਰਹੇਗਾ। ਤੇ ਅਸੀਂ ਪ੍ਰਭ ਆਸਰਾ ਤੇ ਮੁੜ ਕੇ ਗੱਲ ਕਰਦੇ ਹੈਗੇ ਆ। ਸੋ ਕੋਵਿਡ ਦੇ ਦੌਰਾਨ ਕਾਫੀ ਹੋਰ ਨਵੇਂ ਲੋਕ ਜੁੜੇ ਉੱਥੇ ਆਏ, ਕਿਉਂਕਿ ਕੋਵਿਡ ਦੇ ਦੌਰਾਨ ਤੇ ਆਪਣਿਆਂ ਨੇ ਆਪਣਿਆਂ ਨੂੰ ਪਛਾਣਨਾ ਛੱਡ ਦਿੱਤਾ ਸੀ। ਮਾਂ ਦਾ ਫਿਊਨਰਲ ਪੁੱਤ ਨਹੀਂ ਕਰਦਾ ਸੀ, ਡਰਦਾ ਸੀ ਕਿ ਮੇਰੀ ਮਾਂ ਕੋਵਿਡ ਨਾਲ ਮਰ ਗਈ, ਜੇ ਕਿਤੇ ਮੈਂ ਇਹਦਾ ਮੈਂ ਫਿਊਨਰਲ ਕਰਨ ਚਲੇ ਗਿਆ ਤੇ ਇਹਦਾ ਮੈਂ ਸੰਸਕਾਰ ਕਰ ਦਿੱਤਾ ਤੇ ਕਿਤੇ ਮੈਨੂੰ ਨਾ ਕੋਵਿਡ ਹੋ ਜਾਏ। ਸੋ ਜਿਹੜੇ ਜਤਿੰਦਰ ਸਿੰਘ ਸ਼ੰਟੀ ਵਰਗੇ ਜਿਹੜੇ ਇਨਸਾਨ ਆ ਦਿੱਲੀ ਦੇ ਵਿੱਚ, ਪਤਾ ਨਹੀਂ ਕਿੰਨੇ 100 ਲੋਕਾਂ ਦੇ ਉਹਨਾਂ ਨੇ ਜਿਹੜੇ ਫਿਊਨਰਲ ਕੀਤੇ, ਔਰ ਉਹ ਦੱਸ ਰਹੇ ਸੀ ਕਿ ਲੋਕੀ ਸੋਨਾ ਮੁੰਦੀਆਂ ਤਾਂ ਲਾਉਣ ਆ ਜਾਂਦੇ ਸੀ, ਉਦੋਂ ਕੋਵਿਡ ਨਹੀਂ ਸੀ ਚੁੰਬੜਦਾ, ਗੂਠਾ ਲਵਾਉਣ ਆ ਜਾਂਦੇ ਸੀ ਮਰੇ ਬਾਪ ਦਾ ਜ਼ਮੀਨ ਦੇ ਪੇਪਰਾਂ ਦੇ ਉੱਤੇ, ਪਰ ਫਿਊਨਰਲ ਕਰਨ ਤੋਂ ਡਰਦੇ ਸੀ। ਸੋ ਤੁਹਾਡੇ ਕੋਲ ਉਸ ਸਮੇਂ ਦੌਰਾਨ ਕਿੰਨੇ ਕੁ ਲੋਕ ਆਏ? ਅਸਲ ਸਾਡੇ ਕੋਲ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜੇ ਰੈਫਰ ਕੀਤੇ ਜਾ ਰਹੇ ਸੀ, ਕਾਫੀ ਕੇਸਿਸ ਸਾਡੇ ਕੋਲ ਸੀਗੇ। ਸਭ ਤੋਂ ਵੱਡੀ ਇਹ ਕਿ ਵੀ ਉਹਨਾਂ ਨੂੰ ਕੁਆਰੰਟਾਈਨ ਕਰਨ ਦੀ ਸਾਡੀ ਮਜਬੂਰੀ ਸੀਗੀ, ਕਿਉਂਕਿ ਬਿਨਾਂ ਕੁਆਰੰਟਾਈਨ ਕਰੇ ਤੋਂ ਅਸੀਂ ਵੀ ਨਹੀਂ ਸੀ ਉਹਨਾਂ ਨੂੰ ਸਾਰੇ ਇਨਹੈਬੀਟੈਂਟਸ 'ਚ ਪਹੁੰਚਾ ਸਕਦੇ। ਤੇ ਨਾਲ ਹੀ ਜਿਹੜਾ ਸਾਡੀਆਂ ਐਂਬੂਲੈਂਸਿਸ ਚੱਲ ਰਹੀਆਂ ਸੀ, ਇਹ ਜੇ ਪ੍ਰਤੱਖ ਅਸੀਂ ਦੇਖਦੇ ਰਹੇ ਹਾਂ ਕਿ ਕਿਸੇ ਨੂੰ ਘਰ 'ਚ ਕੋਵਿਡ ਹੋ ਗਿਆ ਤਾਂ ਈਵਨ ਕਿ ਕੋਈ ਫੈਮਿਲੀ ਮੈਂਬਰ ਵੀ ਬਾਹਰ ਤੱਕ ਨਹੀਂ ਸੀ ਆਉਂਦਾ, ਉਹਨਾਂ ਦੇ ਨਾਲ ਹਸਪੀਟਲ ਜਾਣ ਲਈ ਤਿਆਰ ਨਹੀਂ ਸੀ ਹੁੰਦਾ। ਸਾਡੇ ਐਂਬੂਲੈਂਸ ਡਰਾਈਵਰਸ, ਈਵਨ ਕਿ ਪ੍ਰਸ਼ਾਸਨ ਵੱਲੋਂ ਵੀ ਕਈ ਜਗ੍ਹਾ ਉਨਤਾਈਆਂ ਦਿਖਾਈਆਂ ਗਈਆਂ ਕਿ ਵੀ ਮੈਡੀਕਲ ਸਟਾਫ ਪ੍ਰੋਪਰ ਨਹੀਂ ਨਾਲ ਭੇਜਿਆ ਗਿਆ, ਤੇ ਉੱਥੇ ਦਿੱਕਤਾਂ ਆਉਂਦੀਆਂ ਸੀਗੀਆਂ। ਤੇ ਬਾਕੀ ਘਰ ਤੋਂ ਚੱਕਦੇ ਹੋਏ ਉਹਨਾਂ ਨੂੰ ਹਸਪੀਟਲ ਲੈ ਕੇ ਜਾਣਾ ਅਸੀਂ ਆਪਣਾ ਮੁੱਢਲਾ ਫਰਜ਼ ਸਮਝਿਆ, ਤੇ ਅਸੀਂ ਕੋਸ਼ਿਸ਼ ਕਰਦੇ ਰਹੇ ਹੈਲਪ ਕਰਨ ਦੀ। ਤੇ ਈਵਨ ਕਿ ਪ੍ਰਸ਼ਾਸਨ ਵੱਲੋਂ ਸਾਡੇ ਕੋਲ ਕੋਵਿਡ ਪੋਜ਼ਿਟਿਵ ਪੇਸ਼ੈਂਟ ਵੀ ਸਾਡੇ ਕੋਲ ਭੇਜੇ ਗਏ ਆ, ਜਿਨ੍ਹਾਂ ਦਾ ਬਿਨਾਂ ਟੈਸਟ ਕਰਵਾਏ ਸਾਡੇ ਕੋਲ ਛੱਡ ਦਿੱਤਾ ਗਿਆ। ਤੇ ਜਦੋਂ ਅਸੀਂ ਇੱਕ ਬਜ਼ੁਰਗ ਤਾਂ ਸਾਡੇ ਕੋਲ ਸ਼ਾਮ ਜੇ ਨੂੰ ਰਾਤ ਜੇ ਨੂੰ ਲੈ ਕੇ ਆਏ 8 ਵਜੇ, ਅਸੀਂ ਦੋਨੋਂ ਹੀ ਸੀਗੇ ਇੱਥੇ ਅਵੇਲੇਬਲ, ਤੇ ਉਹਨਾਂ ਦਾ ਜਦ ਦੇਖਿਆ ਵੀ ਉਹਨੂੰ ਕਫ ਐਂਡ ਕੋਲਡ ਹੈਗੀ ਆ, ਸਿੰਪਟਮਸ ਲੱਗ ਰਹੇ ਸੀਗੇ ਕੋਵਿਡ ਦੇ, ਅਸੀਂ ਉਹਨਾਂ ਨੂੰ ਪੁੱਛਿਆ ਜਿਹੜੇ ਛੱਡਣ ਆਏ ਵੀ ਇਹਨਾਂ ਦੇ ਟੈਸਟ ਵਗੈਰਾ, ਕਹਿੰਦੇ ਨਹੀਂ ਸਵੇਰੇ ਕਰਵਾ ਦਿਆਂਗੇ। ਅਸੀਂ ਕਿ ਵੀ ਉਦੋਂ ਤੱਕ ਤਾਂ ਇਹਨਾਂ ਨੂੰ ਹੁਣ ਰੱਖਣਾ ਤਾਂ ਉਹਨਾਂ ਦੇ ਵਿੱਚ ਹੀ ਹੁੰਦਾ ਵੀ ਤੁਸੀਂ ਕਰਵਾਓਗੇ ਤਾਂ ਕੋਈ ਨਾ ਕੋਈ ਇਫੈਕਟਡ ਹੋ ਜਾਏਗਾ, ਸਾਡੇ ਥਰੂ ਵੀ ਚੇਨ ਬਣ ਸਕਦੀ ਹੈਗੀ ਆ, ਬਟ ਕੋਈ ਸੁਣਦਾ ਨਹੀਂ ਹੈ। ਲੇਕਿਨ ਜਦੋਂ ਅਸੀਂ ਉਹਨਾਂ ਨੂੰ ਹਸਪੀਟਲ ਲੈ ਕੇ ਗਏ, ਵਾਕਿਆ ਹੀ ਉਹ ਕੋਵਿਡ ਪੋਜ਼ਿਟਿਵ ਸੀਗਾ, ਤੇ ਹਾਲਤ ਉਹਨਾਂ ਦੀ ਬਹੁਤ ਕੰਜੈਸ਼ਨ ਬਹੁਤ ਸੀਗਾ ਉਹਨਾਂ ਦੀ ਚੈਸਟ 'ਚ, ਤੇ 3rd ਡੇ ਉਹ ਪੂਰੇ ਹੋ ਗਏ। ਮਤਲਬ ਸਾਨੂੰ ਫੀਲ ਹੁੰਦਾ ਸੀਗਾ ਕਿ ਪਤਾ ਨਹੀਂ ਇਹ ਪਰਮਾਤਮਾ ਦੀ ਕਿਰਪਾ ਤੇ ਮਿਹਰ ਦੇ ਨਾਲ ਹੀ ਸਾਰੇ ਸੇਫ ਰਹਿ ਸਕੇ, ਅਦਰਵਾਈਜ਼ ਇੱਕ ਵੀ ਬੰਦਾ ਚੇਂਜ ਨਾਲ ਚਲਾ ਜਾਂਦਾ ਅੰਦਰ ਤਾਂ ਬਹੁਤ ਕੁਝ ਹੋ ਸਕਦਾ ਸੀ। ਇਹ ਸਭ ਪਰਮਾਤਮਾ ਦੀ ਕਿਰਪਾ ਤੇ ਸਾਰਿਆਂ ਦਾ ਸਹਿਯੋਗ ਹੀ ਹੈ ਜਿਹਦੇ ਕਰਕੇ। ਹਾਂਜੀ, ਸੋ ਹੁਣ 1 ਮਹੀਨੇ ਤੋਂ ਤੁਸੀਂ ਭੈਣ ਜੀ ਇਸ ਮੁਲਕ ਦੇ ਵਿੱਚ ਆਏ ਹੋ, ਸੋ ਕਿੱਥੇ ਕਿੱਥੇ ਜਾਣ ਦਾ ਮੌਕਾ ਮਿਲਿਆ, ਕਿਹੜੇ ਕਿਹੜੇ
ਸ਼ਹਿਰ ਜਾ ਚੁੱਕੇ ਹੋ? ਰਿਹਾਇਸ਼ ਖਾਸ ਤੁਹਾਡੀ ਕਿੱਥੇ ਹੈ? ਲੋਕ ਕਿੱਥੇ ਤੁਹਾਨੂੰ ਜ਼ਿਆਦਾ ਕੰਟੈਕਟ ਦੇ ਵਿੱਚ ਰਹਿ ਸਕਦੇ ਆ? ਕਿਹੜੇ ਸ਼ਹਿਰ ਦੇ ਵਿੱਚ ਜ਼ਿਆਦਾ ਤੁਸੀਂ ਹੋ? ਜੀ ਮੈਨੂੰ 6 ਤਰੀਕ ਦੀ ਆਈ ਹੋਈ ਹਾਂ। ਮੈਂ ਟੋਰਾਂਟੋ ਆਈ ਸੀਗੀ। ਟੋਰਾਂਟੋ ਤੋਂ ਬਾਅਦ ਅਸੀਂ ਮੌਂਟਰੀਅਲ ਗਏ। ਮੌਂਟਰੀਅਲ ਅਤੇ ਵਿੰਸਰ ਦੇ ਕੁਝ ਸੱਜਣ ਸਾਡੇ ਕੋਲ ਹੀ ਪਹੁੰਚ ਗਏ ਸੀਗੇ ਅਤੇ ਅਸੀਂ ਫਿਰ ਲੰਡਨ ਜਾ ਕੇ ਆਏ ਹੈਗੇ ਹਾਂ। ਅਤੇ ਹੁਣ ਅਸੀਂ ਇੱਧਰ ਸਰੀ ਅਤੇ ਮੇਪਲ ਰਿਜ ਮੇਰੀ ਸਟੇ ਹੈਗੀ ਹੈ ਇਸ ਵਕਤ, ਅਤੇ 9 ਤਰੀਕ ਦੀ ਵਾਪਸੀ ਹੈਗੀ ਆ। ਅਤੇ ਨੰਬਰ ਜਿਵੇਂ ਆਪ ਜੀ ਨੇ ਮੈਂਸ਼ਨ ਕੀਤਾ ਜੀ ਬਿਲਕੁਲ, ਜਿਹੜਾ 604 365 1300 604 365 1300 ਤੇ ਸੋ ਲੋਕਲ ਤੁਹਾਡੇ ਨਾਲ ਕੰਟੈਕਟ ਕੀਤਾ ਜਾ ਸਕਦਾ। ਸੋ ਹੁਣ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਜਿਹੜਾ ਕੰਮ ਰੁਕ ਗਿਆ ਬਿਲਡਿੰਗਾਂ ਦਾ, ਸੋ ਜਿੰਨੀ ਫੰਡਿੰਗ ਸੀ ਉਹ ਕੋਵਿਡ ਦੇ ਦੌਰਾਨ ਜਾਂ ਕਿਸਾਨ ਅੰਦੋਲਨ ਦੇ ਦੌਰਾਨ ਉਹ ਵਰਤੋਂ ਦੇ ਵਿੱਚ ਹੋ ਗਈ ਆ, ਤੇ ਅਕਾਊਂਟ ਫਰੀਜ਼ ਕਰ ਦਿੱਤੇ ਕਿ ਬਾਹਰੋਂ ਸੰਗਤਾਂ ਫੰਡਿੰਗ ਨਾ ਭੇਜ ਸਕਣ। ਤੇ ਹੁਣ ਕਿੰਨੀ ਕੁ ਉਹ ਫੰਡਿੰਗ ਸਾਨੂੰ ਚਾਹੀਦੀ ਆ? ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਟੈਕਸ ਵਾਲਾ ਜਿਹੜਾ ਮਾਮਲਾ ਸੀ ਉਹ ਸੌਰਟ ਆਊਟ ਹੋ ਗਿਆ ਜਾਂ ਹੱਲੇ ਉਹ ਵਿੱਚ ਹੀ ਲਟਕ ਰਿਹਾ ਹੈਗਾ ਆ? ਉਹ ਕਿੱਥੇ ਸੌਰਟ ਆਊਟ ਹੋ ਗਿਆ ਜੀ। ਯਾਨੀ 85 ਲੱਖ ਭਰਾਵ ਆਸਰੇ ਦੇ ਸਿਰ ਤੇ ਖੜਾ ਹੈ। ਹਾਂਜੀ, ਉਹਨਾਂ ਨੇ ਕੇਸ ਪਾ ਦਿੱਤਾ ਸਾਡੇ ਉੱਤੇ, ਸੂ ਕਰਤਾ, ਸਾਨੂੰ ਸੂ ਕਰਤਾ, ਅਤੇ ਉਹਦਾ ਹੁਣ ਕੋਰਟ ਵਿੱਚ ਕੇਸ ਚੱਲ ਰਿਹਾ ਹੈਗਾ। ਕੋਈ ਵੀ ਰਿਜ਼ੋਲਵ ਨਹੀਂ ਕਰ ਸਕਦਾ ਹੁਣ ਤਾਂ ਕੋਰਟ ਜੋ ਡਿਸੀਜ਼ਨ ਲਏਗੀ, ਨਹੀਂ ਫਿਰ ਸਾਨੂੰ ਅੱਗੇ ਹਾਈ ਕੋਰਟ ਜਾਣਾ ਪਏਗਾ। ਬਿਕੋਜ਼ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਵੀ ਅਸੀਂ ਸਿਰਫ ਉਹਨਾਂ ਦਾ ਪੈਸਾ ਯੂਜ਼ ਕਰਦੇ ਹਾਂ। ਪਬਲਿਕ ਦੇਖੋ ਟੈਕਸ ਦੇਣ ਤੋਂ ਬਾਅਦ ਹੀ ਡੋਨੇਸ਼ਨ ਭੇਜ ਰਹੀ ਆ ਸਾਡੇ ਕੋਲ, ਹੈ ਨਾ। ਫਿਰ ਭੇਜ ਕਿੰਨਾ ਰਹੀ ਹੈ? ਜਿਹੜੇ ਉਹ ਲਾਚਾਰ ਹੈਗੇ ਆ। ਹੁਣ ਉਹਨਾਂ ਦਾ ਪੈਸਾ ਜੇ ਅਸੀਂ ਸਰਕਾਰ ਨੂੰ ਦਿੰਦੇ ਹਾਂ, ਬਿਕੋਜ਼ ਇਹ ਫਰਜ਼ ਸਰਕਾਰ ਦੀਆਂ, ਡਿਊਟੀਆਂ ਸਰਕਾਰ ਦੀਆਂ ਜਿਹੜੀਆਂ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹੁਣ ਅਸੀਂ ਕਿਹਾ ਵੀ ਅਸੀਂ ਤੁਹਾਨੂੰ ਜੇ ਪੈਸਾ ਦੇਵਾਂਗੇ ਅਸੀਂ ਇਹਨਾਂ 'ਤੇ ਕਿੱਦਾਂ ਯੂਟੀਲਾਈਜ਼ ਕਰਾਂਗੇ, ਹੈ ਨਾ। ਉਹਦੇ ਵਾਸਤੇ ਅਸੀਂ ਅੜ ਗਏ ਵੀ ਅਸੀਂ ਨਹੀਂ ਦੇਣਾ ਹੈਗਾ, ਅਤੇ ਜਿਸ ਕਾਰਨ ਕਰਕੇ ਸਾਨੂੰ ਸੂ ਕੀਤਾ ਗਿਆ। ਅਸੀਂ ਇਹੀ ਬੇਨਤੀ ਕਰਦੇ ਹਾਂ ਕਿ NGOs ਨੂੰ ਇਸ ਤੋਂ ਰਿਲੀਫ ਮਿਲਣੀ ਚਾਹੀਦੀ ਆ, ਕਿਉਂਕਿ ਕੰਮ ਤਾਂ ਸਰਕਾਰ ਦਾ ਕਰ ਰਹੀ ਹੈਗੀ ਹੈ। ਬਿਲਕੁਲ ਜੀ, ਇਹ ਸਰਕਾਰ ਦੀ ਜ਼ਿੰਮੇਵਾਰੀ ਆ ਇਹੋ ਜਿਹਾ ਲਾਚਾਰ ਲੋਕਾਂ ਨੂੰ ਸਾਂਭਣਾ, ਜਿਹੜੇ ਮਤਬੁੱਧੀ ਆ, ਜਿਹੜੇ ਘਰਾਂ ਤੋਂ ਬੱਚੇ ਜਾਂ ਬਜ਼ੁਰਗ ਆ ਉਹ ਪਰਿਵਾਰਾਂ ਤੋਂ ਵਿਛੜ ਜਾਂਦੇ ਆ, ਜਿਹੜੇ ਬਾਹਰ ਰਹਿਣ ਲਈ ਮਜਬੂਰ ਆ। ਉਹ ਤੁਸੀਂ ਉਹਨਾਂ ਨੂੰ ਇੱਕ ਸ਼ਰਨ ਦੇ ਰਹੇ ਹੋ, ਇੱਕ ਉਹਨਾਂ ਨੂੰ ਸ਼ੈਲਟਰ ਦੇ ਰਹੇ ਹੋ। ਤੇ ਜਿਹੜੇ ਲੋਕ ਦਸਵੰਧ ਘੱਲਦੇ ਆ, ਉਹ ਜੇ ਹੁਣ ਮੰਨੋ ਅਸੀਂ ਇੱਥੇ NRI ਆ, ਅਸੀਂ ਇੱਥੇ ਟੈਕਸ ਪੇ ਕਰਦੇ ਆ ਹਰ ਸਾਲ, ਉਹ ਸਾਡੀ ਟੈਕਸ ਤੋਂ ਆਫਟਰ ਦੀ ਮਨੀ ਆ, ਉਹਦੇ ਚੋਂ ਅਸੀਂ ਦਸਵੰਧ ਕੱਢਦੇ ਆ। ਤੇ ਜੇ ਹੁਣ ਸਾਡੇ ਕੱਢੇ ਦਸਵੰਧ ਦੇ ਵਿੱਚੋਂ ਕਰਨਾ ਕਰਾਉਣਾ ਸਰਕਾਰ ਨੇ ਕੁਛ ਨਹੀਂ, ਤੇ ਉਹਦੇ ਵਿੱਚੋਂ ਵੀ ਉਹ ਕਹਿਣ 85 ਲੱਖ ਟੈਕਸ ਤੁਸੀਂ ਸਾਨੂੰ ਦੇ ਦਿਓ, ਤੇ ਅਸੀਂ ਉਹਨਾਂ ਲੋਕਾਂ ਨੂੰ ਵੀ ਨਹੀਂ ਸਾਂਭਣਾ, ਤੇ ਅਸੀਂ ਟੈਕਸ ਉਹਨਾਂ ਲੋਕਾਂ ਦੀ ਕਮਾਈ ਜਿਹੜੀ ਉਹਨਾਂ ਦੇ ਕਹਿ ਲਓ ਕਿ ਰਿਹਾਇਸ਼ ਦੇ ਲਈ ਵਰਤੀ ਜਾਣੀ ਆ, ਉਹਦੇ ਚੋਂ ਅਸੀਂ ਟੈਕਸ ਵੀ ਮੰਗ ਰਹੇ ਹਾਂ। ਇਹ ਤੇ ਸਰਾਸਰ ਜਾਤੀ ਆ ਕਿ ਇਹ ਤਾਂ ਨਹੀਂ ਹੋਣਾ ਚਾਹੀਦਾ। NGO ਨੂੰ ਤਾਂ ਜਿਹੜੇ ਇਹੋ ਜਿਹੀਆਂ ਸੰਸਥਾਵਾਂ ਉਹਨਾਂ ਨੂੰ ਤਾਂ ਮਾਫ ਹੋਣਾ ਚਾਹੀਦਾ, ਉਹਨਾਂ ਨੂੰ ਤਾਂ ਰਿਲੀਫ ਹੋਣੀ ਚਾਹੀਦੀ ਹੈ, ਬਲਕਿ ਸਰਕਾਰ ਨੂੰ ਹੋਰ ਫੰਡਿੰਗ ਦੇਣੀ ਚਾਹੀਦੀ ਹੈ ਵੀ ਜੇ ਤੁਹਾਨੂੰ ਕਿਤੇ ਚਾਹੀਦੀ ਆ ਤਾਂ। ਸੋ ਉਮੀਦ ਹੈ ਸ਼ਾਇਦ ਕੋਰਟ ਇਹਦੇ ਤੇ ਕੋਈ ਵਧੀਆ ਡਿਸੀਜਨ ਲੈ ਕੇ ਤੇ ਇਹ ਜਿਹੜੀ ਰਿਲੀਫ ਮਿਲੂਗੀ NGOs ਨੂੰ, ਕਿਉਂਕਿ ਤੁਸੀਂ ਫਾਈਟ ਕਰ ਰਹੇ ਹੋ ਤੇ ਬਾਕੀ ਸਾਰਿਆਂ ਦੀਆਂ ਸਾਡੀਆਂ ਸ਼ੁਭ ਇਛਾਵਾਂ ਵੀ ਆ ਤੇ ਨਾਲ ਹੀ ਆ ਹਮੇਸ਼ਾ ਅਸੀਂ। ਤੇ ਹੁਣ ਅਸੀਂ ਗੱਲ ਕਰਦੇ ਕਿ ਕਿੰਨੀ ਕੁ ਸਾਨੂੰ ਉਹ ਬਿਲਡਿੰਗਸ ਕੰਪਲੀਟ ਕਰਨ ਦੇ ਲਈ ਕਿੰਨੀ ਕੁ ਫੰਡਿੰਗ ਚਾਹੀਦੀ ਹੈਗੀ ਆ? ਸਭ ਤੋਂ ਪਹਿਲੀ ਪ੍ਰਾਇੋਰਿਟੀ ਤਾਂ ਸਾਡੀ ਇਹ ਹੈਗੀ ਕਿ ਜਿਹੜਾ ਅਸੀਂ ਹੁਣ ਹਸਪੀਟਲ ਸ਼ੁਰੂ ਕੀਤਾ ਉਸ ਦਾ ਤਕਰੀਬਨ 4 ਤੋਂ 5 ਕਰੋੜ ਦੇ ਵਿੱਚ ਬਜਟ ਸੀਗਾ, ਜਿਸ 'ਚੋਂ ਕਾਫੀ ਪੈਸਾ ਤਾਂ ਅਸੀਂ ਲਗਾ ਚੁੱਕੇ ਹੈਗੇ ਹਾਂ। 1 ਕਰੋੜ ਹਜੇ ਪੈਂਡਿੰਗ ਹੈ। ਲਾਸਟ ਦਸੰਬਰ ਸਾਡੀ ਰਜਿਸਟਰੀ ਹੋਣੀ ਸੀਗੀ ਜਿਹੜੀ ਕਿ ਅਸੀਂ ਨਹੀਂ ਕਰਵਾ ਪਾਏ, ਅਤੇ ਉਹ ਰਜਿਸਟਰੀ ਪੈਂਡਿੰਗ ਚੱਲ ਰਹੀ ਹੈ। 1 ਕਰੋੜ ਤਾਂ ਸਾਡਾ ਉਹਦਾ ਦੇਣਾ ਪੈਂਡਿੰਗ ਹੈਗਾ। ਦੂਸਰਾ ਨਾਲ ਲੱਗਦੀਆਂ ਜਿਹੜੀਆਂ ਕਿਉਂਕਿ ਰੈਗੂਲਰ ਮੈਂ ਤੁਹਾਨੂੰ ਦੱਸਿਆ ਕਿ ਇਨਕਮਿੰਗ ਜ਼ਿਆਦਾ ਹੈਗੀ ਆ, ਹਜੇ ਰੀਯੂਨਾਈਨ ਘੱਟ ਹੈਗੀ ਆ, ਅਤੇ ਉਹ ਸਾਡਾ ਹਜੇ ਪਿਛਲੀਆਂ ਬਿਲਡਿੰਗ ਦਾ ਕੰਮ ਰੁਕਿਆ ਹੋਇਆ ਹੈਗਾ। ਅਤੇ ਈਵਨ ਕਿ ਜਿਹੜਾ ਆਪਰੇਸ਼ਨ ਥੀਏਟਰ ਅਤੇ ਲੇਬਰ ਵਾਰਡ ਸਾਡਾ ਬਿਨਾਂ ਦੇਰੀ ਸ਼ੁਰੂ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ, ਉਹ ਵੀ ਸਾਡਾ ਪੈਂਡਿੰਗ ਹੈਗਾ। ਇਸ ਵਿੱਚ ਤਕਰੀਬਨ ਹੈ ਤਾਂ ਇਹ ਕਰੋੜਾਂ ਦੇ ਪ੍ਰੋਜੈਕਟ, ਲੇਕਿਨ ਸੰਗਤ ਦਾ ਥੋੜ੍ਹੇ ਸਹਿਯੋਗ ਦੇ ਨਾਲ ਹੀ ਅਸੀਂ ਪੋਸੀਬਲੀ ਇਹ ਕਰ ਪਾ ਦਿੰਦੇ ਹਾਂ। ਇਹ ਨਹੀਂ ਹੈ ਕਿ ਵੀ ਨਹੀਂ ਕਰ ਸਕਦੇ, ਸੰਗਤ ਬਹੁਤ ਸਹਿਯੋਗ ਦਿੰਦੀ ਹੈ, ਅਤੇ ਅਸੀਂ ਆਸ ਕਰਦੇ ਹਾਂ ਕਿ ਸੰਗਤ ਦੇ ਉਸ ਸਹਿਯੋਗ ਦੇ ਨਾਲ ਅਸੀਂ ਜ਼ਰੂਰ ਕਰ ਪਾਵਾਂਗੇ, ਕਿਉਂਕਿ ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਸਾਰੇ ਮਾਨਵਤਾ ਦੇ ਪ੍ਰੇਮੀਆਂ ਦੀ ਇਹ ਦੁਆ ਹੁੰਦੀ ਹੈ ਸਾਡੇ ਨਾਲ, ਤਾਂ ਫਿਰ ਤਾਂ ਕਾਰਜ ਆਪੇ ਹੀ ਸਫਲ ਹੋ ਜਾਂਦੇ। ਬਿਲਕੁਲ ਜੀ, ਆਪਣੇ ਆਪ ਹੀ ਵਾਹਿਗੁਰੂ ਸਵਾਰ ਦਿੰਦਾ ਸਾਰੇ ਕਾਰਜ। ਔਰ ਤੁਸੀਂ ਇਸ ਮੁਲਕ ਦੇ ਵਿੱਚ ਆਏ ਹੋ, ਅੱਗੇ ਵੀ ਆਉਂਦੇ ਰਹਿੰਦੇ ਹੋ ਕੋਵਿਡ ਤੋਂ ਬਾਅਦ, ਬੜਾ ਚੰਗਾ ਲੱਗਾ ਕਿ ਇੱਕ ਵਧੀਆ ਰਾਹ ਤੇ ਤੁਸੀਂ ਆਪ ਵੀ ਚੱਲ ਰਹੇ ਹੋ ਤੇ ਹੋਰ ਸੇਵਾ ਕਰ ਰਹੇ ਹੋ। ਮੈਂ ਕਹੂੰਗੀ ਕਿ ਇਹ ਸ਼ਾਇਦ ਤੁਹਾਡੀ ਸੇਵਾ ਲਿਖੀ ਸੀ ਵਾਹਿਗੁਰੂ ਵੱਲੋਂ ਜੋ ਤੁਸੀਂ ਕਰ ਰਹੇ ਹੋ, ਪਰ ਬਹੁਤ ਸਾਰਿਆਂ ਨੂੰ ਤੁਸੀਂ ਨਾਲ ਵੀ ਜੋੜ ਰਹੇ ਹੋ। ਤੁਹਾਡੇ ਪੈਰਾਂ ਪਿੱਛੇ, ਤੁਹਾਡੇ ਪਿੱਛੇ ਵੱਡੀਆਂ ਭੈਣਾਂ ਦੇ ਸਹਿਯੋਗ ਨਾਲ ਸਾਡੇ ਵਰਗੇ ਵੀ ਕਿਤੇ ਨਾ ਕਿਤੇ ਕੁਛ ਆਪਣਾ ਵਿੱਚੋਂ ਟਾਈਮ
ਟਾਈਮ ਕੱਢ ਕੇ ਇਸ ਪਾਸੇ ਲਾਉਂਦੇ ਹੈਗੇ ਆ। ਸੋ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਗੱਲ ਕਰਦੀ ਹਾਂ, ਚਾਹੇ ਉਹ ਮਮਤਾ ਫਾਊਂਡੇਸ਼ਨ ਹੋਵੇ, ਚਾਹੇ ਪ੍ਰਭ ਆਸਰਾ ਹੋਵੇ, ਕਿ ਦੋ ਸੰਸਥਾਵਾਂ ਰਲ ਕੇ ਇੱਕ ਕਮਿਊਨਿਟੀ ਦੇ ਲਈ, ਇੱਕ ਉਹਨਾਂ ਲੋਕਾਂ ਦੇ ਲਈ ਕੁਝ ਕਰ ਰਹੀਆਂ। ਸੋ ਦੁਆਵਾਂ ਆ ਸਾਡੀਆਂ, ਤੇ ਮੈਂ ਚਾਹੂੰਗੀ ਇੱਕ ਵਾਰੀ ਫਿਰ ਤੁਸੀਂ ਇਨਫੋਰਮੇਸ਼ਨ ਦੇ ਦਿਓ ਕਿ ਕਿਵੇਂ ਦਸਵੰਧ ਕੱਢਿਆ ਜਾ ਸਕਦਾ, ਕਿਵੇਂ ਲੋਕੀ ਤੁਹਾਨੂੰ ਇੱਥੇ ਜਿਹੜੇ ਜਿੰਨਾ ਚਿਰ ਤੁਸੀਂ ਇੱਥੇ ਆ 9 ਤਰੀਕ ਤੱਕ ਕਿਵੇਂ ਤੁਹਾਨੂੰ ਮਿਲ ਸਕਦੇ ਆ, ਤੇ ਜੇ ਕਿਸੇ ਨੇ ਪੰਜਾਬ 'ਚ ਦਸਵੰਧ ਘੱਲਣਾ ਆ ਤੇ ਉੱਥੇ ਕਿਵੇਂ ਘੱਲ ਸਕਦੇ ਹੈਗੇ ਆ ਜੀ। ਹਾਂ ਬਿਲਕੁਲ ਜੀ, ਸਾਡੀ ਵੈਬਸਾਈਟ ਹੈਗੀ ਹੈ prabhasra.org, www.prabhasra.org। ਉਸ 'ਤੇ ਸਾਰੀ ਇਨਫੋਰਮੇਸ਼ਨ ਹੈਗੀ ਆ। ਡੋਨੇਟ ਦੇ ਕਾਲਮ 'ਚ ਜਾਓਗੇ ਤਾਂ ਸਾਰੀ ਇਨਫੋਰਮੇਸ਼ਨ ਮਿਲ ਜਾਏਗੀ। ਬਾਕੀ ਮੈਨੂੰ ਵੀ ਆਪ ਸੰਪਰਕ ਕਰ ਸਕਦੇ ਹੋ। ਮੇਰਾ ਨੰਬਰ ਇੱਥੇ ਕੈਨੇਡਾ ਦੀ ਧਰਤੀ 'ਤੇ ਹੈ 604 365 1300 604 365 1300, ਤੇ ਇੰਡੀਆ ਦਾ ਨੰਬਰ ਹੈਗਾ ਜਿੱਤੇ ਮੈਨੂੰ WhatsApp ਕਰ ਸਕਦੇ ਹੋ 9915083793। अगर आप घर बैठे सानू ट्रांसफ़र करना चाहते हो, अपनी सपोर्ट भेजना चाहते हो, तो ट्रांसफ़र कर सकते हो प्रभ आसरा सोसाइटी @gmail.com, prabhasra@gmail.com ਜਾਂ prabhasra@outlook.com। ਦੋਨਾਂ ਤੇ आप ਕਿਸੇ ਤੇ ਵੀ आप ट्रांसफ़र कर सकते हो। ਤੇ ਬਾਕੀ ਅਸੀਂ ਸਭ ਨੂੰ ਇਹੀ ਬੇਨਤੀ ਕਰਾਂਗੇ ਕਿ ਜਿਹੜਾ ਵੀ ਇੰਡੀਆ ਜਾਂਦਾ ਉਹ ਪਲੀਜ਼ ਉੱਥੇ ਵਿਜ਼ਿਟ ਜ਼ਰੂਰ ਕਰੋ। ਆਪ ਡਾਇਰੈਕਟ ਉੱਥੇ ਜਾ ਕੇ ਹੀ ਦੋ, ਤੁਹਾਨੂੰ ਖੁਸ਼ੀ ਮਹਿਸੂਸ ਹੋਏਗੀ ਕਿ ਜੋ ਅਸੀਂ ਕਹਿ ਰਹੇ ਹਾਂ ਉਸ ਤੋਂ ਕਈ ਗੁਣਾ ਜ਼ਿਆਦਾ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਿਕੋਜ਼ ਅਸੀਂ ਵੀ ਖੁਦ ਫੀਲ ਕਰਦੇ ਹਾਂ ਕਿ ਕਈ ਵਾਰੀ ਅਸੀਂ ਜਿੰਨਾ ਕਰਦੇ ਹਾਂ ਉਹਨਾਂ ਅਸੀਂ ਦੱਸ ਨਹੀਂ ਪਾਉਂਦੇ ਜਾਂ ਸ਼ੋਅ ਨਹੀਂ ਕਰ ਪਾਉਂਦੇ, ਬਟ ਕਿਉਂਕਿ ਅਸੀਂ ਸ਼ੋਅ ਕਰਨਾ ਵੀ ਨਹੀਂ ਚਾਹੁੰਦੇ, ਲੇਕਿਨ ਸਾਰਾ ਸੰਗਤ ਦਾ ਸਹਿਯੋਗ ਦੇ ਨਾਲ ਹੀ ਅਸੀਂ ਕਰ ਪਾਉਂਦੇ ਹੈਗੇ ਆ। ਇਸ ਕਰਕੇ ਸਾਨੂੰ ਬਾਹਰ ਆਉਣਾ ਪੈਂਦਾ, ਤੇ ਆਪ ਜੇ ਉੱਥੇ ਵਿਜ਼ਿਟ ਕਰੋ ਤਾਂ ਆਪ ਜੀ ਨੂੰ ਚੰਗਾ ਲੱਗੇਗਾ। ਜਿਵੇਂ ਅਖਲੀ ਸਾਹਿਬ ਸੇ ਵੀ ਹੈ, ਅਖਲੀ ਪਾਈਏ ਮਾਨ, ਅਖਲੀ ਪੜ੍ਹ ਕੇ ਬੂਝੀਏ, ਅਖਲੀ ਕੀਚੇ ਦਾਨ, ਇਹ ਗੁਰੂ ਸਾਹਿਬ ਨੇ ਵੀ ਫਰਮਾਇਆ ਹੈਗਾ। ਤੇ ਰਲ ਮਿਲ ਕੇ ਇੱਕ ਟੀਮ ਦੇ ਨਾਲ ਹੀ ਆਪਾਂ ਸਮਾਜ ਦਾ ਭਲਾ ਕਰ ਸਕਦੇ ਹਾਂ, ਤੇ ਉਹਦੇ ਵਿੱਚ ਪਰਮਾਤਮਾ ਦੀ ਕਿਰਪਾ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਜ਼ਰੂਰ ਗਰੰਟੀ ਲੈਂਦੇ ਹਾਂ ਕਿ ਜਦ ਤੱਕ ਅਸੀਂ ਜਿੰਦੇ ਹੈਗੇ ਆ ਉਦੋਂ ਤੱਕ ਇਮਾਨਦਾਰੀ ਨਾਲ ਇਹ ਕੰਮ ਹੁੰਦੇ ਰਹਿਣਗੇ, ਕਾਰਜ ਹੁੰਦੇ। ਬਹੁਤ ਵਧੀਆ ਭੈਣ ਜੀ, ਮੈਨੂੰ ਬੜਾ ਚੰਗਾ ਲੱਗਾ ਤੁਸੀਂ ਸਮਾਂ ਦਿੱਤਾ, ਤੇ ਅਸੀਂ ਆਪਣਾ ਸਮੇਂ ਸਿਰ ਫਰਜ਼ ਨਿਭਾਉਂਦੇ ਰਵਾਂਗੇ। ਤੁਹਾਡੀਆਂ ਦਿੱਤੀਆਂ ਜਿਹੜੀਆਂ ਇਹੋ ਡੀਟੇਲਸ ਆ ਇਹ ਵੀ ਲੋਕਾਂ ਤੱਕ ਪਹੁੰਚਦੀ ਕਰਦੇ ਰਵਾਂਗੇ, ਤੇ ਅਸੀਂ ਹੋਕਾ ਵੀ ਦਿੰਦੇ ਰਵਾਂਗੇ ਕਿ ਟਾਈਮ ਟੂ ਟਾਈਮ ਲੋਕਾਂ ਨੂੰ ਜਗਾਉਂਦੇ ਰਵਾਂਗੇ ਕਿ ਇਹ ਸਾਡੀ ਜ਼ਿੰਮੇਵਾਰੀ ਹੈ ਸਮਾਜ ਦੇ ਵਿੱਚ ਉਹਨਾਂ ਲੋਕਾਂ ਨੂੰ ਸਾਂਭਣਾ ਔਰ ਦਸਵੰਧ ਕੱਢਣਾ ਤੇ ਦਸਵੰਧ ਨੂੰ ਨੇਕ ਕੰਮ ਤੇ ਲਾਉਣਾ। ਸੋ ਧੰਨਵਾਦ ਤੁਹਾਡਾ ਭੈਣ ਜੀ ਸਮਾਂ ਦੇਣ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕਸ ਜੀ। ਬਿਲਕੁਲ ਜੀ, ਹਮੇਸ਼ਾ ਸਾਂਝਾ ਟੀਵੀ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਤੁਹਾਡੇ ਤੱਕ ਅਜਿਹੇ ਪ੍ਰੋਗਰਾਮ ਲੈ ਕੇ ਆਈਏ ਜਿਨ੍ਹਾਂ ਤੋਂ ਤੁਸੀਂ ਕੁਝ ਸਿੱਖ ਸਕੋ ਤੇ ਤੁਸੀਂ ਆਪਣੇ ਦਸਵੰਧ ਨੂੰ ਸਹੀ ਥਾਂ ਤੇ ਲਾ ਸਕੋ। ਸੋ ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬ ਅਸੀਂ ਸਾਰੇ ਜਾਂਦੇ ਹਾਂ, ਹੁਣ ਵੀ ਬਹੁਤ ਪਰਿਵਾਰ ਪੰਜਾਬ ਗਏ ਹੋਏ ਆ, ਤੇ ਜਦੇ ਟਾਈਮ ਮਿਲਿਆ ਇੱਕ ਦਿਨ ਜ਼ਿੰਦਗੀ ਦਾ ਆਪਣਾ ਪੰਜਾਬ ਦੇ ਸਫ਼ਰ ਦੇ ਵਿੱਚੋਂ ਇੱਕ ਦਿਨ ਦੇ ਕੁਝ ਪਲ, ਕੁਝ ਘੰਟੇ ਪ੍ਰਭ ਆਸਰਾ ਜ਼ਰੂਰ ਗੇੜਾ ਮਾਰ ਕੇ ਆਇਓ। ਇੱਕ ਵਾਰੀ ਉਹਨਾਂ ਲੋਕਾਂ ਨੂੰ ਮਿਲ ਕੇ ਆਇਓ, ਤੁਹਾਨੂੰ ਦਿਲੋਂ ਚੰਗਾ ਲੱਗੇਗਾ ਤੇ ਤੁਹਾਡਾ ਦਿਲ ਆਪ ਮੁਹਾਰੇ ਕਵੇਗਾ ਕਿ ਮੈਂ ਜੇ ਦਸਵੰਧ ਕੱਢਣਾ ਤੇ ਮੈਂ ਇਹਨਾਂ ਲੋਕਾਂ ਲਈ ਕੱਢਣਾ। ਮੈਂ ਖੁਦ ਉਸ ਧਰਤੀ ਤੇ ਜਾ ਕੇ, ਖੁਦ ਉਸ ਜਗ੍ਹਾ ਤੇ ਜਾ ਕੇ ਉਹਨਾਂ ਲੋਕਾਂ ਦੇ ਨਾਲ ਬੈਠ ਕੇ ਗੱਲਾਂ ਕਰਕੇ, ਉਹਨਾਂ ਨੂੰ ਮਿਲ ਕੇ, ਜਾਣ ਕੇ ਤੇ ਉਹਨਾਂ ਭੋਲੇ ਚਿਹਰਿਆਂ ਵੱਲ ਦੇਖ ਕੇ ਆਈ ਹਾਂ ਜੋ ਰੱਬ ਦਾ ਰੂਪ ਨੇ। ਸੋ ਆਓ ਰਲ ਕੇ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਆਪਣੇ ਪੰਜਾਬ ਦੀ ਧਰਤੀ ਨੂੰ ਇੰਨੀ ਸੋਹਣੀ ਬਣਾ ਸਕੀਏ, ਹਰ ਇੱਕ ਭੁੱਖੇ ਨੂੰ, ਹਰ ਇੱਕ ਲੋੜਵੰਦ ਨੂੰ ਉਸ ਦੀ ਜ਼ਰੂਰਤ ਦੀਆਂ ਚੀਜ਼ਾਂ ਮਿਲ ਸਕਣ। ਸੋ ਖਾਸ ਮੁਲਾਕਾਤ ਸੀ ਭੈਣ ਜੀ ਰਜਿੰਦਰ ਕੌਰ ਜੀ ਉਹਨਾਂ ਦੇ ਨਾਲ, ਪ੍ਰਭ ਆਸਰਾ ਦੇ ਫਾਊਂਡਰ ਨੇ, ਸਾਡੇ ਸ਼ਹਿਰ ਦੇ ਵਿੱਚ ਆਏ ਸੀ। ਸੋ 604 365 1300 6043651300 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। 9 ਦਸੰਬਰ ਤੱਕ ਇਹ ਸਾਡੇ ਸ਼ਹਿਰ ਦੇ ਵਿੱਚ ਨੇ, ਮੇਪਲ ਰਿਜ ਦੇ ਵਿੱਚ ਇਹਨਾਂ ਦੀ ਜਿਹੜੀ ਰਿਹਾਇਸ਼ ਆ, ਪਰ ਤੁਸੀਂ ਫੋਨ ਦੇ ਰਾਹੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਤੇ ਤੁਸੀਂ ਆਪਣਾ ਦਸਵੰਧ ਇਹਨਾਂ ਨੂੰ ਦੇਣਾ ਚਾਹੁੰਦੇ ਹੋ ਜਾਂ ਤੁਸੀਂ ਬੈਂਕ 'ਚ ਟ੍ਰਾਂਸਫਰ ਕਰਨਾ ਚਾਹੁੰਦੇ ਹੋ, ਡੀਟੇਲਸ ਅਸੀਂ ਸਕਰੀਨ ਤੇ ਸਾਂਝੀਆਂ ਕਰ ਦਾਂਗੇ। ਸੋ ਤੁਸੀਂ ਕਿਸੇ ਤਰ੍ਹਾਂ ਵੀ ਇਹਨਾਂ ਦੇ ਨਾਲ ਜੁੜ ਕੇ ਪ੍ਰਭ ਆਸਰਾ ਦੇ ਵਿੱਚ ਉਹਨਾਂ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹੋ ਤੇ ਜ਼ਰੂਰ ਕਰੋ। ਅਗਲੀ ਵਾਰ ਫਿਰ ਕਿਸੇ ਸ਼ਖਸੀਅਤ ਦੇ ਨਾਲ ਰੂਬਰੂ ਹੋਵਾਂਗੇ, ਤਦ ਤੱਕ ਤੁਸੀਂ ਰੱਖਿਓ ਖਿਆਲ। ਦੇਖ ਰਹੇ ਪਰਿਵਾਰਾਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।